ਵਾਹਿਗੁਰੂ ਸਾਹਿਬ ਜੀਓ। ਤੋਟਕ ਛੰਦ। ਰਹਿ ਕੇਤਕ ਬਾਸਰ ਮਾਤ ਪਿਤਾ, ਮਿਲ ਕੈ ਸੁਤ ਪੌਤਰ ਹੈ ਕੀਨ ਗਤਾ। ਇੱਕ ਸਾਲ ਭਇਓ ਸੁਤ ਕੇ ਜਨਮੇ, ਮੁਖ ਹੇਰਤ ਮਾਤ ਖੁਸ਼ੀ ਮਨ ਮੇ। ਰਹਿ ਕੇਤਕ ਬਾਸੁਰ ਮਾਤ ਪਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਚੱਲ ਰਿਹਾ ਲੜੀਵਾਰ ਇਤਿਹਾਸ ਜੀਵਨ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਫਰਮਾਉਂਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੋ ਗੁਰਾਂ ਦਾ ਜੀਵਨ ਹੈ ਸ਼ਰਵਣ ਕਰਕੇ ਜਿਸ ਪ੍ਰਕਾਰ ਸਿੱਖਿਆ ਮਿਲਦੀ ਹੈ, ਫਿਰ ਇੱਕ ਐਸੇ ਦਰਸ਼ਨ ਹੁੰਦੇ ਨੇ ਜੋ ਅੱਖਾਂ ਨਾਲ ਕੀਤੇ ਜਾਂਦੇ ਨੇ। ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ, ਇਹ ਵੀ ਫੋਟੋ ਤਸਵੀਰ ਹੈ ਗੁਰਾਂ ਦੀ। ਇੱਕ ਸ਼ਰਵਣ ਦਰਸ਼ਨ ਜੋ ਕੰਨਾਂ ਦੇ ਨਾਲ ਸੁਣ ਕੇ ਮਨ ਨੇ ਉਹੋ ਜਿਹਾ ਚਿੱਤਰ ਬਣਾ ਲੈਣਾ। ਇੱਕ ਹੁੰਦੇ ਨੇ ਸੁਪਨੇ ਵਿੱਚ ਦਰਸ਼ਨ, ਉਹਨੂੰ ਕਹਿੰਦੇ ਸੁਪਨ ਦਰਸ਼ਨ। ਇਸ ਤਰ੍ਹਾਂ ਇਹ ਚਾਰ ਪ੍ਰਕਾਰ ਦਾ ਦਰਸ਼ਨ, ਜਿਹਦੇ ਵਿੱਚੋਂ ਪ੍ਰਤੱਖ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਨ। ਸੁਪਨੇ ਵਿੱਚ ਦਰਸ਼ਨ ਹੋਣੇ, ਫਿਰ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕੰਨਾਂ ਦੇ ਵਿੱਚ ਸੁਣ ਕੇ ਉਸ ਤਰ੍ਹਾਂ ਦਾ ਸਰੂਪ ਬਣਾ ਲੈਣਾ। ਮਨ ਨੇ ਸੁਲਤਾਨਪੁਰ ਸਾਹਿਬ ਜਾਣਾ, ਹਾਜ਼ਰੀ ਭਰਨੀ। ਇਸ ਤਰ੍ਹਾਂ ਮਨ ਕਰਕੇ ਸਾਡੀ ਹਾਜ਼ਰੀ ਭਰੀ ਜਾਂਦੀ ਹੈ। ਸਤਿਗੁਰੂ ਮਹਾਰਾਜ ਦੇ ਨਾਲ ਦਰਸ਼ਨ ਪਾਉਂਦੇ ਹਾਂ ਸਾਰਿਆਂ ਦੇ। ਮਨ ਖਿੰਡਾਓ ਵਿੱਚੋਂ ਨਿਕਲ ਕੇ ਗਲਤ ਪਾਸਿਆਂ ਤੋਂ ਹਟ ਕੇ ਬੁਰੀਆਂ ਘਾੜਤਾਂ ਨੂੰ ਘੜਨਾ ਛੱਡ ਦਿੰਦਾ, ਅਤੇ ਇੱਕ ਘਾੜਤ ਘੜਦਾ ਮਨ ਦੇ ਅੰਦਰ, ਤੇ ਗੁਰਾਂ ਦੇ ਇਤਿਹਾਸ ਨੂੰ ਸੁਣ ਕੇ ਗੁਰਾਂ ਦੀ ਘਾੜਤ ਘੜਦਾ ਕਿ ਸਤਿਗੁਰ ਕੈਸੇ ਹਨ। ਸਤਿਗੁਰ ਮੂਰਤ ਕਉ ਬਲ ਜਾਉ। ਸੋ ਇਹਦੇ ਨਾਲ ਨਾਲ ਚਿੱਤਰ ਦਰਸ਼ਨ ਵੀ ਹੁੰਦੇ ਨੇ ਕਿ ਗੁਰੂ ਸਾਹਿਬ ਦਾ ਸਰੂਪ ਐਸਾ ਹੋਵੇਗਾ ਜਿਵੇਂ ਅਸੀਂ ਦੇਖਦੇ। ਪਰ ਜਦੋਂ ਸਾਖਿਆਤ ਪ੍ਰਤੱਖ ਦਰਸ਼ਨ ਦਿੰਦੇ ਹਨ, ਉਹ ਦਰਸ਼ਨ ਜੀਵ ਨੂੰ ਨਿਹਾਲ ਕਰ ਦਿੰਦੇ ਹਨ। ਆਓ ਸ਼ਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦਾ ਇਤਿਹਾਸ। ਬਹੁਤ ਸਮਾਂ ਘਰ ਦੇ ਵਿੱਚ ਕੁਝ ਐਸਾ ਸਮਾਂ ਵੀ ਹੋਇਆ, ਮਾਤਾ ਸੁਲੱਖਣੀ ਜੀ ਇੱਕ ਐਸੇ ਪਰਿਵਾਰ ਵਿੱਚੋਂ ਆਏ ਨੇ ਜੋ ਹਲੇ ਧਰਮ ਦੇ ਬਾਰੇ ਜਾਣਕਾਰੀ ਨਹੀਂ ਰੱਖਦਾ। ਜੇ ਰੱਖਦਾ ਹੈ ਤਾਂ ਉਹ ਕਰਮਕਾਂਡੀ ਲੋਕ, ਪੁਰਾਣੇ ਲੋਕ, ਜਿਨ੍ਹਾਂ ਨੇ ਬੁੱਤ ਪੂਜਾ ਆਦਿ ਕੀਤੀਆਂ ਹੋਈਆਂ ਨੇ ਜਾਂ ਥਿੱਤਾਂ ਵਾਰਾਂ ਨੂੰ ਮੰਨਿਆ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਕੋਲ ਜਦੋਂ ਆਏ, ਹੌਲੀ ਹੌਲੀ ਸਮਝ ਲੱਗੀ, ਸ਼ਰਧਾ ਭਾਵਨਾ ਬਣਾਈ ਮਹਾਰਾਜ ਤੇ। ਦਾਸ ਦਾਸੀਆਂ ਹਟਾ ਦਿੱਤੇ, ਖੁਦ ਸੇਵਾ ਕਰਨ ਲੱਗ ਪਏ। ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੋਂ ਆਪ ਨੇ ਬਖਸ਼ਿਸ਼ਾਂ ਕੀਤੀਆਂ, ਸੋਹਣੇ ਲਾਲ ਬਖਸ਼ੇ ਨੇ। ਬਾਬਾ ਸ੍ਰੀ ਚੰਦ ਜੀ, ਜਿਨ੍ਹਾਂ ਦਾ ਨਾਮ ਫਿਰ ਰੱਖਿਆ ਹੈ, ਅੱਗੇ ਹੁਣ ਅੱਜ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਗੁਰੂ ਸਾਹਿਬ ਕਿਰਪਾ ਕਰਨਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਤੋਟਕ ਛੰਦ ਰਹਿ ਕੇਤਕ ਬਾਸੁਰ ਮਾਤ ਪਿਤਾ, ਮਿਲ ਕੈ ਸੁਤ ਪੁੱਤਰ ਹੈ ਕੀਨ ਗਤਾ। ਕਿੰਨਾ ਕੁ ਦਿਨ ਤੱਕ ਰਹਿ ਕਰਕੇ ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਲਿਆਣ ਚੰਦ ਜੀ ਆਪਣੇ ਸਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਮਿਲ ਕੇ ਸੁਤ ਪੌਤਰ ਹੈ। ਫਿਰ ਆਪਣੇ ਪੋਤਰੇ ਨੂੰ ਮਿਲੇ ਕੀਨ ਗਤਾ। ਉਸ ਤੋਂ ਬਾਅਦ ਉੱਥੋਂ ਚੱਲਣਾ ਕੀਤਾ ਰਾਏ ਭੋਏ ਦੀ ਤਲਵੰਡੀ ਨੂੰ। 1 ਸਾਲ ਭਇਓ ਸੁਤ ਕੇ ਜਨਮੇ, ਮੁਖ ਹੀਰਤ ਮਾਤ ਖੁਸ਼ੀ ਮਨ ਮੈਂ। ਹੁਣ ਜਦੋਂ 1 ਸਾਲ ਦੇ ਕਰੀਬ ਹੋਇਆ, ਬਾਬਾ ਸ਼੍ਰੀ ਚੰਦ ਜੀ ਨੂੰ ਜਨਮ ਲਿਆ। ਫਿਰ ਇਸ ਤਰੀਕੇ ਨਾਲ ਮੁਖ ਹੇਰਤ ਮਾਤ ਖੁਸ਼ੀ ਮਨ ਮੈਂ ਦੇਖ ਕਰਕੇ ਮਾਤਾ ਸੁਲੱਖਣੀ ਜੀ ਆਪਣੇ ਪੁੱਤਰ ਨੂੰ ਬਹੁਤ ਖੁਸ਼ ਹੁੰਦੇ ਨੇ। ਮੋਹ ਪਿਆਰ ਬੱਚੇ ਦਾ ਸੁਭਾਵਕ ਹੁੰਦਾ ਹੈ। ਸਾਡਾ ਬੱਚਾ ਸੋਹਣਾ ਬੱਚਾ ਹੈ ਸਾਡਾ, ਉਹ ਵੀ ਜੋ ਇੰਨੇ ਮਹਾਨ ਤਪਸਵੀ, ਭਗਤੀ, ਸ਼ੁਭ ਗੁਣਾਂ ਦੇ ਵਿੱਚ ਭਰਪੂਰ। ਇੱਕ ਜੱਗ ਦੇ ਵਿੱਚ ਗੱਲ ਹੈ ਕਿ ਪਿੱਛੇ ਕੋਈ ਨਹੀਂ ਹੋਇਆ ਗੁਰੂ ਨਾਨਕ ਜੈਸਾ, ਹੁਣ ਨਹੀਂ ਹੋਵੇਗਾ, ਅੱਗੇ ਨੂੰ ਹੋਵੇਗਾ ਨਹੀਂ। ਗੁਰੂ ਨਾਨਕ ਸਾਹਿਬ ਹੀ ਹਨ। ਪਰ ਉਹਨਾਂ ਦੇ ਨਾਲ ਜੁੜੀਆਂ ਸਾਰੀਆਂ ਹਸਤੀਆਂ ਹੀ ਐਸੀਆਂ ਨੇ। ਬਾਬਾ ਸ਼੍ਰੀ ਚੰਦ ਜੈਸਾ ਵੀ ਪਿੱਛੇ ਨਾ ਹੋਇਆ, ਨਾ ਹੋਵੇਗਾ, ਨਾ ਹੁਣ ਕੋਈ ਉਹਨਾਂ ਵਰਗਾ। ਕਿਉਂਕਿ ਜਿੰਨੇ ਵੱਡੇ ਭਾਗ ਬਾਬਾ ਸ਼੍ਰੀ ਚੰਦ ਜੀ ਨੇ, ਉਹਨੇ ਅਵਤਾਰ ਗੁਰਾਂ ਦੇ ਘਰ ਦੇ ਵਿੱਚ ਆ ਕੇ ਲਿਆ ਹੈ। ਸੋ ਇਹ ਬਹੁਤ ਇੱਕ ਵੱਡੇ ਭਾਗਾਂ ਦੀ ਗੱਲ ਹੈ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨ ਨੂੰ ਤਰਸਦੇ ਹਾਂ, ਜਾਂ ਅਸੀਂ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਹਾਂ। ਪਰ ਇੱਕ ਮਾਣ ਹੋਣਾ ਕਿ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਹੋਣਾ, ਉਹਨਾਂ ਨੂੰ ਪਿਤਾ ਜੀ ਕਹਿਣਾ, ਉਹਨਾਂ ਦੀ ਗੋਦੀ ਵਿੱਚ ਖੇਡਣਾ, ਇਹ ਬਹੁਤ ਵੱਡੇ ਭਾਗਾਂ ਦੀ ਗੱਲ ਹੈ। ਭਗਨੀ ਮਨ ਕੀ ਸਭ ਜਾਣ ਰਿਦੇ, ਮੁਖ ਨਾਨਕ ਬੈਨ ਭਏ ਸੁਖ ਦੇ। ਭਗਨੀ ਤੋਂ ਭਾਵ ਭੈਣ ਜੀ ਬੇਬੇ ਨਾਨਕੀ ਜੀ ਜੋ ਹਨ, ਉਹਨਾਂ ਦੀ ਮਨ ਦੀ ਗੱਲ ਮਨ ਦੇ ਅੰਦਰ ਜਾਣ ਕੇ ਹਿਰਦੇ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖ ਦੇ ਦੇਣ ਵਾਲੇ ਬਚਨ ਕੀਤੇ। ਇੱਕ ਬਾਰ ਕਲੇ ਪ੍ਰਤਪਾਰ ਕਰੋ, ਤੁਮ ਆਨ ਵਿਚਾਰ ਕਛੂ ਨਾ ਧਰੋ। ਬੇਬੇ ਨਾਨਕੀ ਜੀ ਦੇ ਫੁਰਨੇ ਵਿੱਚ ਆ ਗਿਆ ਕਿ ਮੈਨੂੰ ਵੀ ਇੱਕ ਲਾਲ ਦੀ ਬਖਸ਼ਿਸ਼ ਹੋ ਜਾਂਦੀ ਜੇ। ਗੁਰੂ ਸਾਹਿਬ ਨੇ ਦਿਲ ਦੀ ਗੱਲ ਜਾਣ ਲਈ ਕਿ ਬੇਬੇ ਨੂੰ ਇਹਨਾਂ ਚੱਕਰਾਂ ਵਿੱਚ ਨਹੀਂ ਪਾਉਣਾ। ਭਗਤੀ ਹੈ, ਭਗਤੀ ਨੇ ਅਵਤਾਰ ਧਾਰਿਆ। ਜਦੋਂ ਮਨ ਦੇ ਅੰਦਰ ਥੋੜ੍ਹਾ ਜਿਹਾ ਸੰਸਾਰ ਦਾ ਮੋਹ ਪੈਦਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਬਸ ਇਹ ਇੱਕ ਬਾਰਕ ਹੈ, ਦੋਨੋਂ ਜਾਣੀਆਂ ਕਢਾ ਲਓ, ਬਹੁਤਾ ਜ਼ਿਆਦੇ ਜੰਜਾਲ ਵਿੱਚ ਨਹੀਂ ਪੈਣਾ, ਇਹਨਾਂ ਨੂੰ ਹੀ ਪਾਲ ਲਓ। ਸੁਣ ਕੈ ਹਰਖੀ ਸਰਸੀ ਉਰ ਮੈਂ, ਭਵ ਰੰਕ ਮਦਾਰ ਪੀਓ ਘਰ ਮੈਂ। ਇਸ ਤਰੀਕੇ ਨਾਲ ਸੁਣ ਕਰਕੇ ਬਹੁਤ ਮਨ ਦੇ ਅੰਦਰ ਬਹੁਤਾ ਜ਼ਿਆਦਾ ਖੁਸ਼ ਹੋਏ, ਮਨ ਦੇ ਵਿੱਚ ਕਿ ਗੁਰੂ ਸਾਹਿਬ ਨੇ ਮੇਰੇ ਦਿਲ ਦੀ ਗੱਲ ਜਾਣ ਲਈ ਖਿੜ ਗਏ। ਔਰ ਭਾਵ ਰੰਕ ਮਦਾਰ ਪਇਓ ਘਰ ਮੈਂ, ਇਉਂ ਹੋ ਗਿਆ ਕਿ ਜਨਮ ਦੇ ਕੰਗਾਲ ਨੇ ਕਲਪ ਬ੍ਰਿਛ, ਸਵਰਗ ਦੇ 5 ਬ੍ਰਿਛਾਂ ਵਿੱਚੋਂ ਇੱਕ ਬ੍ਰਿਛ ਹੈ ਕਲਪ, ਉਹ ਮਾਨੋ ਬ੍ਰਿਛ ਪ੍ਰਾਪਤ ਕਰ ਲਿਆ। ਮੁਖ ਕੰਜ ਬਿਲੋਕਤ ਲਾਲਤ ਹੈ, ਅਤ ਨੇਹ ਧਰੇ ਪ੍ਰਤਪਾਲਤ ਹੈ। ਹੁਣ ਐਸਾ ਹੋ ਗਿਆ ਕਿ ਕਮਲ ਵਰਗਾ ਮੁਖ ਹੈ ਜਿਨ੍ਹਾਂ ਦਾ ਬਾਬਾ ਸ਼੍ਰੀ ਚੰਦ ਜੀ ਦਾ, ਉਹਨਾਂ ਨੂੰ ਦੇਖਦੇ ਰਹਿੰਦੇ ਨੇ ਹਰ ਵਕਤ, ਲਾਲਤ ਹੈ। ਔਰ ਉਹਨਾਂ ਨੂੰ ਹਮੇਸ਼ਾ ਲਾਡ ਲਾਉਂਦੇ ਨੇ,
ਪਾਲਦੇ ਪ੍ਰੇਮ ਨਾਲ। ਦੋਹਰਾ ਸ੍ਰੀ ਚੰਦ ਧਰ ਨਾਮ ਤੇ ਪਾਇਓ ਅਸੰਗ ਭਤੀਜ। ਹੁਣ ਬਹੁਤ ਉਤਸ਼ਾਹ ਦੇ ਨਾਲ ਇਹ ਪ੍ਰਾਪਤ ਕੀਤਾ ਹੈ ਭਤੀਜ, ਭਤੀਜਾ। ਅੱਖਰਾਂ ਦੀ ਬਣਤਰ ਹੈ ਭਾ, ਭਰਾ, ਤੀ, ਤ੍ਰੀਆ ਦੀ ਜਿਹੜੀ ਇਸਤਰੀ ਹੈ, ਜਾਤ ਮਤਲਬ ਜਾਇਆ, ਪੈਦਾ ਹੋਇਆ। 3 ਅੱਖਰਾਂ ਨੂੰ ਮਿਲਾ ਕੇ ਬਣਿਆ ਭਾ, ਤੀ, ਜਾ, ਭਤੀਜਾ। ਇਸੇ ਤਰ੍ਹਾਂ ਅੱਖਰ ਬਣਦਾ ਭਾਣਜਾ, ਭਾ, ਭਰਾ। ਸੋ ਇਸ ਤਰ੍ਹਾਂ ਇਹ ਜਿਹੜਾ ਹੈ ਭਾਣ, ਭੈਣ, ਜੋ ਜਾਇਆ ਉਹਦਾ ਭਾਣਜਾ। ਇਹ ਸਾਰੇ ਅੱਖਰ ਪੁਰਾਣੇ ਸਮੇਂ ਤੋਂ ਲੈ ਕੇ ਬਣੇ ਨੇ। ਇਸ ਪ੍ਰਕਾਰ ਉਹਨਾਂ ਅੱਖਰਾਂ ਨੂੰ ਜੋੜ ਕੇ ਫਿਰ ਅੱਖਰ ਬਣਦਾ। ਇਸ ਤਰ੍ਹਾਂ ਭਤੀਜੇ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਏ। ਸ੍ਰੀ ਚੰਦ ਧਰ ਨਾਮ ਤੇ, ਇਹ ਪਿੱਛੋਂ ਚਲੀ ਆਉਂਦੀ ਕੁਲ ਦੇ ਵਿੱਚ ਸ੍ਰੀ ਚੰਦ ਜੀ ਬੜੇ ਪਿਆਰ ਨਾਲ ਨਾਮ ਰੱਖਿਆ ਜਿਨ੍ਹਾਂ ਦਾ। ਔਰ ਆਨੰਦ ਬਹੁ ਨਾਨਕੀ ਸੋਦਰ ਲਖਿਓ ਪ੍ਰਸੀਜ। ਇਸ ਤਰ੍ਹਾਂ ਭਰਾ ਨੂੰ ਜਾਣਿਆ ਕਿ ਪ੍ਰਸੰਨ ਹੈ ਵੀ ਮੇਰੇ ਭਰਾ ਨੇ ਮੇਰੇ ਦਿਲ ਦੀ ਗੱਲ ਜਾਣ ਲਈ, ਕਿ ਮੇਰੀ ਇੱਛਾ ਸੀ ਮਨ 'ਚ ਭਰਾ ਨੂੰ ਕਹਿਣਾ ਤਾਂ ਨਹੀਂ, ਪਰ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਕਿਹਾ ਛੱਡੋ ਪਰੇ, ਜੰਜਾਲਾਂ 'ਚ ਕੀ ਪੈਣਾ, ਸ੍ਰੀ ਚੰਦ ਜੀ ਨੂੰ ਪਾਲ ਲਓ ਤੁਸੀਂ, ਇਹ ਤੁਹਾਡੀ ਗੋਦ ਵਿੱਚ ਪਾ ਦਿੰਦੇ ਆ, ਤੁਸੀਂ ਦੋਨੋਂ ਜਾਣੀਆਂ ਇਹਨਾਂ ਦੀ ਹੀ ਪਾਲਣਾ ਕਰੋ। ਦੋਹਰਾ ਚਰਨ ਸਰਨ ਗੁਰ ਪਰਨ ਮਨ ਨਖਨ ਨੇਹਕ ਸ਼ਬ ਮੂਲ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਗਲਾ ਪ੍ਰਸੰਗ ਜੋ 27ਵਾਂ ਪ੍ਰਸੰਗ ਹੈ ਪ੍ਰਾਰੰਭ ਕਰਦੇ ਨੇ। ਹੁਣ ਗੁਰਸਿੱਖਾਂ ਦੇ ਬਚਨ ਮਨਸੁਖ, ਸ਼ਾਹੂਕਾਰ ਤੇ ਭਾਈ ਭਗੀਰਥ ਦਾ ਪ੍ਰਸੰਗ ਬੜਾ ਸੁੰਦਰ ਹੈ, ਜਿੱਥੋਂ ਹੁਣ ਸਿੱਖੀ ਦਾ ਅਸਲ ਮੂਲ ਰੂਪ ਵਿੱਚ ਪ੍ਰਾਰੰਭ ਹੋਣਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਸਾਰੇ ਸਰੂਪ ਗੁਰੂ ਦਾ ਮੰਗਲ ਹੈ ਇੱਕ। ਚਾਹੇ ਗੁਰੂ ਨਾਨਕ ਸਾਹਿਬ ਹੋਣ, ਚਾਹੇ ਗੁਰੂ ਅੰਗਦ ਦੇਵ ਜੀ ਹੋਣ, ਚਾਹੇ ਗੁਰੂ ਗ੍ਰੰਥ ਸਾਹਿਬ, ਸਾਰੇ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਚਰਨਾਂ ਦੀ ਸ਼ਰਨ ਦਾ ਜਿਹੜਾ ਆਸਰਾ ਮਨ ਵਿੱਚ ਲੈ ਕੇ, ਕਿ ਜਿਨ੍ਹਾਂ ਦੇ ਨਹੁੰਆਂ ਦੀ ਜਿਹੜੀ ਛਵੀ ਹੈ ਉਹ ਹੀਰੇ ਦੀ ਛਵੀ ਦਾ ਵੀ ਮੂਲ ਰੂਪ ਹੈ। ਹਰਨ ਮਰਨ ਭਵ ਨਿਜ ਜਨਨ ਨਮੋ ਹੋਏ ਅਨਕੂਲ। ਜਿਹੜੇ ਸਤਿਗੁਰੂ ਆਪਣੇ ਦਾਸਾਂ ਦੇ ਜਨਮ ਮਰਨ ਆਦਿਕ ਦੁੱਖਾਂ ਨੂੰ ਕੱਟ ਲੈਣ ਵਾਲੇ ਨੇ, ਐਸੇ ਗੁਰਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਉਹ ਸਦਾ ਹੀ ਮੇਰੇ ਤੇ ਕਿਰਪਾਲੂ ਹੋਣ, ਇਹ ਮੇਰੀ ਅਰਦਾਸ ਹੈ ਜੀ। ਸ੍ਰੀ ਬਾਲਾ ਸੰਦਰ ਬਾਚ ਦੋਹਰਾ ਪੁਰ ਸੁਲਤਾਨ ਸਮੀਪ ਹੈ ਮਹਿਲ ਸਿੰਘਾਂ 1 ਗ੍ਰਾਮ। ਬਾਲਾ, ਭਾਈ ਬਾਲਾ ਜੀ ਸੰਧੂ ਗੋਤ ਵਾਲੇ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਕਥਾ ਸੁਣਾ ਰਹੇ ਨੇ। ਇਹ ਸ੍ਰੀ ਸੁਲਤਾਨਪੁਰ ਸਾਹਿਬ, ਇਹ ਇੱਕ ਮਲਸੀਹਾਂ ਨਾਮੇ ਪਿੰਡ ਹੈ ਜੋ ਨਕੋਦਰ ਦੇ ਕੋਲੇ ਹੈ। ਇਹ ਮਲਸੀਹਾਂ ਪਿੰਡ ਦੇ ਵਿੱਚ ਰਹਿਣ ਵਾਲਾ ਉਤੋ ਉਪਾਸਕ ਕਾਲਿਕਾ ਤਹਾਂ ਭਗੀਰਥ ਨਾਮ। ਕਾਲਕਾ ਕਾਲੀ ਦੇਵੀ ਨੂੰ ਮੰਨਣ ਵਾਲਾ ਉੱਥੇ ਇੱਕ ਭਗੀਰਥ ਨਾਮੇ ਬੰਦਾ ਰਹਿੰਦਾ ਸੀ। ਜੋ ਪਈ ਜੋ ਮਿਲ ਤਿਹ ਲਿਏ ਗੁਰਮਤਿ ਰੀਤੀ। ਸੋ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਉਹਨੇ ਗੁਰਮਤਿ ਦੀ ਰੋਹ ਰੀਤੀ ਨੂੰ ਜਾਣਿਆ, ਪ੍ਰਾਪਤ ਕੀਤਾ, ਇਹਦੀ ਉਚਾਈ ਨੂੰ ਸਮਝਿਆ ਕਿ ਗੁਰਮਤਿ ਕੀ ਚੀਜ਼ ਹੈ। ਕਿਉਂਕਿ ਗੁਰਮਤਿ ਬਹੁਤ ਜ਼ਿਆਦਾ ਵੱਡੀ, ਇਹਨੂੰ ਸਮਝਣਾ ਬਹੁਤ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ। ਕਿਉਂਕਿ ਇੱਕ ਪੂਰਨ ਸੱਚਾਈ ਹੈ ਕਿ ਨਿਰੰਕਾਰ ਆਪ ਸ੍ਰਿਸ਼ਟੀ ਤੇ ਜਦੋਂ ਆਏ ਨੇ, ਦੂਜਿਆਂ ਨੂੰ ਥੋੜ੍ਹਾ ਬਹੁਤ ਇਸ ਗੱਲ ਦਾ ਮਨ ਦੇ ਅੰਦਰ ਹੋਇਆ ਕਿ ਸਾਡੇ ਪਹਿਲਾਂ ਆਏ ਨੇ, ਸਾਡੇ ਵੱਡੇ ਵਡੇਰੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਪਹਿਲਾਂ ਸਧਾਰਨ ਜਿਹਾ ਜਾਣ ਕੇ ਕਿ ਦੁਨੀਆ ਉੱਤੇ ਉਦੋਂ ਇੰਨਾ ਕੋਈ ਪਾਪ ਗੁਨਾਹ ਮਨੁੱਖ ਦੇ ਮਨ ਵਿੱਚ ਨਹੀਂ ਸੀ ਹੁੰਦਾ। ਜਦੋਂ ਸ੍ਰਿਸ਼ਟੀ ਨਵੀਂ ਨਵੀਂ ਬਣੀ ਆ, ਹੌਲੀ ਹੌਲੀ ਫੇਰ ਦੁਨੀਆ ਦੇ ਅੰਦਰ ਗੁਨਾਹ ਪੈਦਾ ਹੁੰਦੇ ਨੇ, ਅਪਰਾਧ ਪੈਦਾ ਹੁੰਦੇ ਨੇ। ਪਹਿਲਿਆਂ ਯੁੱਗਾਂ ਦੇ ਵਿੱਚ ਸਿਰਫ ਓਨੇ ਕੀ ਅਵਤਾਰ ਦੀ ਲੋੜ ਪੈਂਦੀ ਸੀ, ਛੋਟੇ ਛੋਟੇ, ਫਿਰ ਵੱਡੇ, 14 ਕਲਾ, ਫਿਰ 16 ਕਲਾ,
ਕਲਯੁਗ ਦਾ ਸਮਾਂ ਐਸਾ ਕਿ ਜਿੰਨਾ ਕਲਯੁਗ ਦੇ ਵਿੱਚ ਦੇਖੀਏ, ਇੱਕ ਘਰ ਵਿੱਚ ਹੀ ਉਹਨਾਂ ਗੁਨਾਹ ਹੋ ਰਿਹਾ ਜਿਵੇਂ ਸਤਯੁਗ ਦੇ ਵਿੱਚ ਸਾਰੇ ਮੁਲਕ 'ਚ ਇੰਨਾ ਗੁਨਾਹ ਹੁੰਦਾ ਸੀ। ਬਹੁਤ ਘੱਟ, ਗੁਨਾਹ ਦਾ ਨਾਮ ਨਿਸ਼ਾਨ ਨਹੀਂ ਸੀ। ਉਹ ਹਰਨਾਕਸ਼ ਵਰਗਾ ਕੋਈ ਇੱਕ ਅੱਧਾ ਹੋ ਗਿਆ ਉਦੋਂ, ਫਿਰ ਰਾਵਣ ਵਰਗੇ ਹੋ ਗਏ। ਉਦੋਂ ਬਾਅਦ ਦੈਂਤਾਂ ਦੀਆਂ ਕੁਲਾਂ ਵੱਧਦੀਆਂ ਗਈਆਂ ਤ੍ਰੇਤੇ ਵਿੱਚ, ਇਸੇ ਤਰ੍ਹਾਂ ਫਿਰ ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਹੀ ਰਾਵਣ ਬਿਰਤੀ, ਹਰਨਾਕਸ਼ ਬਿਰਤੀ ਦੇ ਲੋਕ, ਕੰਸ ਬਿਰਤੀ ਦੇ ਲੋਕ ਪੈਦਾ ਹੋ ਗਏ। ਬੰਦੇ ਦੀ ਬਿਰਤੀ ਹੈ, ਦੇਵਤਾ ਤੇ ਦੈਂਤ ਇੱਕ ਬਿਰਤੀ ਦਾ ਨਾਮ। ਸੋ ਰਾਖਸ਼ਾਂ ਵਰਗੇ ਲੋਕ ਹੋ ਗਏ। ਇਤਨਾ ਜ਼ਿਆਦਾ ਗੁਨਾਹ ਵੱਧ ਗਿਆ ਕਲਯੁਗ ਦੇ ਸਮੇਂ ਦੇ ਵਿੱਚ। 5000 ਸਾਲ ਹੀ ਹੋਇਆ ਚੱਲੇ ਨੂੰ ਹਲੇ। ਸੋ ਇਸ ਤਰ੍ਹਾਂ ਤੁਰਿਆਂ ਜਾਂਦਿਆਂ ਦੇਖਿਆ ਕਿ ਉਸ ਵਕਤ 5000 ਸਾਲ ਪਹਿਲਾਂ ਕਲਯੁਗ ਦਾ ਸਮਾਂ ਜਦੋਂ ਆਇਆ, ਲੋਕਾਂ ਦੇ ਮਨ ਦੇ ਖਿਆਲਾਤ ਜਿਹੜੇ ਸੀ ਉਹ ਬਦਲਣੇ ਸ਼ੁਰੂ ਹੋ ਗਏ। ਬੁੱਧੀਆਂ ਜਿਹੜੀਆਂ ਸੀ ਉਹ ਭ੍ਰਿਸ਼ਟ ਹੋਣੀਆਂ ਸ਼ੁਰੂ ਹੋ ਗਈਆਂ। ਧਾਰਮਿਕ ਮਰਿਆਦਾ ਜਿਹੜੀਆਂ ਸੀ ਉਹ ਬਦਲਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਇੱਕ ਸਮਾਂ ਜਿਹਾ ਐਸਾ ਤਬਦੀਲ ਹੋਇਆ, ਹੁਣ ਜਿਵੇਂ ਸਮਾਂ ਬੰਦਾ ਮੂੰਹ 'ਚ ਉਂਗਲਾਂ ਪਾਉਂਦਾ ਦੂਜੇ ਦੇ, ਭਾਵ ਗੁਰੂ ਸਾਹਿਬ ਦੀ ਕੋਈ ਡਰ ਨਹੀਂ, ਕੋਈ ਗੁਰਾਂ ਦਾ, ਕੋਈ ਸੱਜਣ ਦਾ, ਕੋਈ ਸੰਗਤ ਦਾ, ਸੰਤਾਂ ਮਹਾਤਮਾ ਦਾ ਭੈ ਹੀ ਉੱਡ ਗਿਆ ਮਨ ਦੇ ਅੰਦਰੋਂ। ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਕਲਯੁਗ ਦੀ ਇੱਕ ਭਿਆਨਕ ਰੀਤੀ ਐਸੀ ਪ੍ਰਗਟ ਹੋਈ, ਹੁਣ ਮਹਾਰਾਜ ਅਕਾਲ ਪੁਰਖ ਜੀ ਹਰ ਵਾਰੀ ਹੁਕਮ ਕਰਦੇ ਸੀ ਵਿਸ਼ਨੂੰ ਜੀ ਨੂੰ ਕਿ ਜਾਓ ਤੁਸੀਂ ਦੁਨੀਆ ਤੇ ਆਹ ਕੰਮ ਕਰ ਆਓ, ਹੁਣ ਜਾਓ ਆਹ ਕੰਮ ਕਰ ਆਓ। ਸੋ ਇਸ ਤਰ੍ਹਾਂ ਫਿਰ ਜਦੋਂ ਐਸਾ ਭਿਆਨਕ ਸਮਾਂ ਆਇਆ, ਉਹਨਾਂ ਨੇ ਨਾ ਕਰ ਦਿੱਤੀ। ਮਹਾਰਾਜ ਇਹ ਤਾਂ ਬਹੁਤ ਜ਼ਿਆਦਾ ਗੰਦਗੀ ਹੈ, ਬਹੁਤਾ ਜ਼ਿਆਦਾ ਸਮਾਂ ਖਰਾਬ ਹੈ, ਸਾਡੇ ਸੰਭਾਲਣ ਦਾ ਨਹੀਂ ਹੈ। ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੇ ਉੱਤੇ, ਜਿਹਨੂੰ ਰਾਮ, ਗੋਬਿੰਦ, ਹਰੀ, ਨਾਰਾਇਣ, ਪਰਮੇਸ਼ਰ ਅਥਵਾ ਮਹਾਂਵਿਸ਼ਨੂੰ ਵੀ ਕਹਿੰਦੇ ਨੇ, ਉਸਨੂੰ ਮਹਾਂਵਿਸ਼ਨੂੰ ਜੋ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਦਾ ਨਾਮ ਰੱਖਿਆ ਹੋਇਆ, ਹਰੇਕ ਨੇ ਆਪੋ ਆਪਣੇ ਧਰਮ ਦੇ ਮੁਤਾਬਕ ਕਹਿਣ ਲੱਗੇ ਚਲੋ ਠੀਕ ਹੈ, ਫਿਰ ਹੁਣ ਕੋਈ ਜਾਣ ਨੂੰ ਤਿਆਰ ਨਹੀਂ, ਅਸੀਂ ਆਪ ਹੀ ਆਵਾਂਗੇ ਤਾਂਹੀਓ ਸਰਨਾ, ਤੁਹਾਡੇ ਕੋਲੋਂ ਸਰਨਾ ਨਹੀਂ ਹੁਣ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਸ ਵਕਤ ਪਾਪ ਦਾ ਵਾਧਾ ਹੋ ਚੁੱਕਿਆ। ਕਲਯੁਗ ਦਾ ਸਮਾਂ, ਕਲਯੁਗ ਦੀ ਤਪੱਸਿਆ ਹੈ। ਬ੍ਰਹਮਾ ਦੇ 4 ਪੁੱਤਰ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹਨਾਂ ਵਿੱਚੋਂ ਕਲਯੁਗ ਦੀ ਜਿਹੜੀ ਤਪੱਸਿਆ ਬਹੁਤ ਜ਼ਿਆਦਾ ਹੋਣ ਕਰਕੇ ਇਹਦੇ ਮੂਹਰੇ ਕੋਈ ਵੀ ਨਹੀਂ ਖੜਦਾ ਹੈ, ਸਾਰੇ ਇਹ ਤੋਂ ਡਰਦੇ ਨੇ। ਤਾਂ ਤੇ ਇੱਥੇ ਫਿਰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਪਰਮੇਸ਼ਰ ਆਏ ਨੇ ਸ੍ਰਿਸ਼ਟੀ ਤੇ, ਔਰ ਆ ਕੇ ਜੇ ਨਾ ਆਉਂਦੇ ਤਾਂ ਇੰਨੀ ਠੱਲ ਨਹੀਂ ਸੀ ਪੈਣੀ। ਬਹੁਤ ਜ਼ਬਰਦਸਤ ਫਿਰ ਕਾਰਜ ਕਰਨੇ ਪਏ ਆਪ ਨੂੰ। 10 ਸਰੂਪ ਧਾਰ ਕੇ ਆਪ ਨੇ ਸ੍ਰਿਸ਼ਟੀ ਤੇ ਸੰਸਾਰ ਨੂੰ, ਫਿਰ ਛੋਟੀਆਂ ਸ਼ਕਤੀਆਂ ਜੋ ਕੰਮ ਹੀ ਨਹੀਂ ਸੀ ਕਰਦੀਆਂ, ਫਿਰ ਓੰਗ ਤੋਂ ਤਬਦੀਲ ਕਰਕੇ ਇੱਕ ਓੰਕਾਰ ਦਾ ਅਭਿਆਸ ਕਰਾਇਆ ਸ੍ਰਿਸ਼ਟੀ ਨੂੰ। ਇੱਕ ਓੰਕਾਰ। ਹੁਣ ਇਹਦੇ ਥੱਲੇ ਹੋਰ ਆਸਰਾ ਨਾ ਲਿਓ ਬਈ। ਸਿੱਧਾਂ ਨੂੰ ਵੀ ਸਤਿਗੁਰੂ ਨਾਨਕ ਸਾਹਿਬ ਨੇ ਇਹੀ ਕਿਰਪਾ ਕਰਕੇ ਦੱਸਿਆ, ਸਿੱਧ ਵੀ ਮੰਨ ਗਏ। ਉਸ ਵਕਤ ਦੇ ਵਿਦਵਾਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਹੁਣ ਸਮਾਂ ਨਹੀਂ ਹੈ ਛੋਟੇ ਛੋਟੇ ਕਰਮਾਂ ਦਾ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਕਲਯੁਗ ਦੇ ਸਮੇਂ ਵਿੱਚ ਤਾਂ ਬਸ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਇਹ ਜਦੋਂ ਗੁਰੂ ਨਾਨਕ ਦੇਵ ਜੀ ਨੇ ਫਿਰ ਗੁਰਮਤਿ ਦੀ ਮਰਿਆਦਾ ਨੂੰ ਸੰਸਾਰ 'ਚ ਪ੍ਰਗਟ ਕੀਤਾ ਤਾਂ ਥੋੜ੍ਹੀ ਠੱਲ ਪਈ, ਨਹੀਂ ਤਾਂ ਸੰਸਾਰ ਦੇ ਅੰਦਰ ਹਾਹਾਕਾਰ ਹੋ ਗਈ। ਦੁਨੀਆ ਦੇ ਅੰਦਰ ਉਸ ਵਕਤ ਕੋਈ ਧਰਮ ਨਹੀਂ, ਕੋਈ ਕਰਮ ਨਹੀਂ। ਬਸ ਮਹਾਰਾਜ ਕਹਿੰਦੇ ਨੇ ਉਸ ਵਕਤ ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਐਸਾ ਭਿਆਨਕ ਜਿਹੜਾ ਸਮਾਂ ਸੀ ਕਲਯੁਗ ਦਾ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ
ਗੁਰਾਂ ਦੀ ਬਾਣੀ ਤੋਂ ਬਿਨਾਂ ਕਲਯੁਗ ਦਾ ਮੁਕਾਬਲਾ ਕਰਨ ਲਈ ਕੋਈ ਵੀ ਸਮਰੱਥ ਨਹੀਂ ਹੈ। ਤਿਉ ਮੈਂ ਕਹਾਂ ਸੁਨਹੁ ਕਰ ਪ੍ਰੀਤੀ। ਕਹਿੰਦੇ ਹੁਣ ਪ੍ਰੀਤੀ ਕਰਕੇ ਸੁਣੋ, ਜਿਵੇਂ ਗੁਰਮਤਿ ਦੀ ਰੀਤੀ ਪ੍ਰਾਰੰਭ ਹੋਈ ਹੈ, ਮੈਂ ਉਸ ਤਰ੍ਹਾਂ ਕਹਿੰਦਾ ਹਾਂ, ਇਹ ਪਿਆਰ ਨਾਲ ਸਾਰੇ ਸੁਣੋ ਜੀ। ਭਾਉ ਧਰੇ ਸੇਵਤ ਨਿਤ ਕਾਲੀ। ਇਹ ਜਿਹੜਾ ਸੀ ਭਾਈ ਭਗੀਰਥ ਮਲਸੀਹਾਂ ਪਿੰਡ ਦੇ ਵਿੱਚ, ਉੱਥੇ ਪਿੰਡ ਦੇ ਅੰਦਰ ਜਾ ਕੇ ਗੁਰੂ ਘਰ ਹੈ, ਉੱਥੇ ਦੇਵੀ ਦਾ ਮੰਦਿਰ ਵੀ ਹੈ। ਸ਼ਾਇਦ ਅੰਦਰ ਨਹੀਂ ਅਸੀਂ ਗਏ, ਪਿੰਡ ਦੇ ਬਾਹਰ ਬੱਸ ਅੱਡੇ ਵਾਲਾ ਗੁਰੂ ਘਰ ਤਾਂ ਦੇਖਿਆ ਜਾ ਕੇ ਮਹਾਂਪੁਰਖਾਂ ਦੇ ਨਾਲ। ਔਰ ਉੱਥੋਂ ਦੀਆਂ ਸੰਗਤਾਂ ਦੱਸਦੀਆਂ ਕਿ ਉੱਥੇ ਪਹਿਲਾਂ ਕਿਸੇ ਨੇ ਇੰਨਾ ਧਿਆਨ ਨਹੀਂ ਸੀ ਦਿੱਤਾ, ਬਾਅਦ ਵਿੱਚ ਹੁਣ ਧਿਆਨ ਦਿੱਤਾ ਹੈ। ਤਾਂ ਫਿਰ ਉਹ ਜਿਵੇਂ ਗੁਰਮਤਿ ਦੀ ਪ੍ਰਾਪਤੀ ਕੀਤੀ, ਪਹਿਲਾਂ ਉਹ ਕਾਲੀ ਦੇਵੀ ਦੀ ਜੋ ਪਰਮੇਸ਼ਰ ਦੀਆਂ ਸ਼ਕਤੀਆਂ ਹਨ, ਦੈਂਤਾਂ ਨੂੰ ਮਾਰਨ ਲਈ ਪ੍ਰਗਟ ਕੀਤੀਆਂ ਸੀ। ਭਾਉ ਧਰੇ ਸੇਵਤ ਨਿਤ ਕਾਲੀ, ਉਹ ਭਾਵਨਾ ਕਰਕੇ ਜਿੰਨਾ ਕਿਸੇ ਨੂੰ ਪਤਾ ਸੀ, ਉਹ ਵੱਧ ਤੋਂ ਵੱਧ ਉੱਚੀ ਸ਼ਕਤੀ ਨੂੰ ਮਾਣ ਦਿੰਦਾ ਅਤੇ ਦੁਨੀਆ ਦੇ ਅੰਦਰ ਸੇਵਾ ਕਰਦਾ। ਸੁਚ ਸੰਜਮ ਕਰ ਪੂਰ ਸੋ ਚਾਲੀ। ਬਹੁਤ ਸੁਚਮ ਸੰਜਮ ਬਹੁਤਾ ਜ਼ਿਆਦਾ ਰੱਖ ਕੇ ਸ੍ਰੇਸ਼ਟ ਚਾਲੀ ਨਾਲ ਚੱਲਦਾ। ਰਟਹਿ ਨਾਮ ਕੋ ਪਵਾ ਭਵਾਨੀ। ਉਹ ਉਹਦੇ ਹੀ ਨਾਮ ਰਟਦਾ ਸੀ ਕਿ ਮੈਂ ਉਹਦੀ ਜੋ ਹੈ ਉਪਾਸਨਾ ਕਰਦਾ। ਤੋ ਇਸ ਤਰੀਕੇ ਨਾਲ ਉਹਦੇ ਮਨ ਦੇ ਅੰਦਰ ਸੀ ਇਹ ਗੱਲ, ਕਿਉਂਕਿ ਜਿੱਥੇ ਕੋਈ ਆਪਾਂ ਨੂੰ ਹਰ ਇੱਕ ਉਪਾਸਕ ਨੂੰ ਦੇਖਣਾ ਪੈਂਦਾ, ਉਹਦੀ ਭਾਵਨਾ ਬਿਲਕੁਲ ਸਹੀ ਹੁੰਦੀ ਹੈ, ਸ਼ਰਧਾ ਹੁੰਦੀ ਹੈ। ਉਹਨੂੰ ਇਹ ਨਹੀਂ ਸਮਝਣਾ ਕਿ ਹਰ ਇੱਕ ਭਾਵਨਾ ਵਾਲਾ ਆਪੋ ਆਪਣੀ ਇਸ਼ਟ ਉੱਤੇ ਪੂਰੀ ਭਾਵਨਾ ਜਿਵੇਂ ਆਪਾਂ ਕਰਦੇ ਹਾਂ ਇਸ ਤਰ੍ਹਾਂ ਕਰਦਾ। ਉਹਦੀ ਭਾਵਨਾ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ। ਕਿਸੇ ਦੇ ਦੇਵੀ ਦੇਵਤੇ ਦੀ ਨਿੰਦਾ ਨਹੀਂ ਕਰਨੀ, ਉਹ ਮਹਾਰਾਜ ਦਾ ਹੁਕਮ ਹੈ। ਸੋ ਭੋ ਭਵਾ ਭਵਾਨੀ, ਉਹ ਕਹਿਣ ਲੱਗੇ ਨੇ ਉਹਨੂੰ ਸ਼ਿਵਾ ਮੰਨਦੇ ਨੇ, ਦੇਵੀ ਸ਼ਕਤੀ ਮੰਨਦੇ ਨੇ। ਇਸ ਤਰ੍ਹਾਂ ਕਰਕੇ ਉਹਨੂੰ ਜਿੰਨਾ ਕਿਸੇ ਨੂੰ ਗਿਆਨ ਸੀ, ਜਿਵੇਂ ਲੋਕਾਂ ਨੇ ਆਪੋ ਆਪਣੀ ਮਤ ਮੁਤਾਬਕ ਸੂਰਜ ਨੂੰ ਭਗਵਾਨ ਕਿਹਾ, ਉਹਨੂੰ ਓਨਾ ਹੀ ਪਤਾ ਸੀ। ਚੰਦਰਮਾ ਨੂੰ ਭਗਵਾਨ ਕਿਹਾ, ਉਹਨੂੰ ਓਨਾ ਹੀ ਪਤਾ ਸੀ। ਕੋਈ ਨਿੱਕਾ ਜਿਹਾ ਪੱਥਰ ਰੱਖ ਕੇ ਉਹਨੂੰ ਭਗਵਾਨ ਕਿਹਾ, ਉਹਨੂੰ ਓਨਾ ਹੀ ਪਤਾ। ਕੋਈ ਦਰਖਤ ਨੂੰ ਹੀ ਭਗਵਾਨ ਕਹੀ ਜਾਂਦਾ ਸੀ, ਕਿ ਪ੍ਰਚਾਰ ਹੈ ਹੀ ਨਹੀਂ ਸੀ। ਨਾ ਪ੍ਰਚਾਰ ਹੋਣੇ ਕਰਕੇ ਪਾਣੀ ਨੂੰ ਹੀ ਭਗਵਾਨ ਕਹਿਤਾ, ਉਹ ਤੋਂ ਹੀ ਡਰੀ ਜਾਂਦੇ ਨੇ, ਇਹ ਭਗਵਾਨ ਹੈ, ਉਹ ਭਗਵਾਨ ਹੈ। ਪਰ ਅਸਲ ਭਗਵਾਨ ਕੌਣ ਹੈ? ਅਸਲ ਪਰਮੇਸ਼ਰ ਕੌਣ ਹੈ? ਅਸਲ ਪਰਮੇਸ਼ਰ ਦਾ ਜਿਹੜਾ ਗਿਆਨ ਸੀ, ਉਸ ਗਿਆਨ ਬਾਰੇ ਲੋਕੀ ਬਹੁਤ ਵੰਚਿਤ ਸੀ। ਉਸ ਗਿਆਨ ਤੋਂ ਗਿਆਨ ਨਾ ਪਤਾ ਹੋਣ ਕਰਕੇ ਸ਼ਰਧਾ ਪਰਮੇਸ਼ਰ ਉੱਤੇ ਹੀ ਆ, ਪਰ ਪਰਮੇਸ਼ਰ ਨਾ ਕਿਸੇ ਨੇ ਦੇਖਿਆ, ਨਾ ਕਿਸੇ ਨੂੰ ਦਾ ਪਤਾ ਸੀ। ਸ਼ਰਧਾ ਬੜੀ ਸੀ ਸਾਰਿਆਂ ਦੀ, ਪਰ ਕਿਉਂਕਿ ਸਹੀ ਰਸਤਾ ਜਿਹੜਾ ਸੀ ਉਹਦੇ ਗਿਆਨ ਨਹੀਂ। ਗੁਰੂ ਨਾਨਕ ਦੇਵ ਜੀ ਦਾ ਜਦੋਂ ਵਿਵਾਹ ਕਾਰਜ ਆਪਾਂ ਸੁਣਿਆ ਹੋਇਆ, ਅੱਗ ਦੇ ਦੁਆਲੇ ਪਰਿਕਰਮਾ ਕਰਨ ਤੋਂ ਮਹਾਰਾਜ ਨੇ ਨਾਂਹ ਕਰ ਦਿੱਤੀ। ਤੇ ਇਹ ਜਿਹੜੀ ਅੱਗ ਹੈ, ਇਹ ਤਾਂ ਇੱਕ ਨੌਕਰ ਹੈ ਉਹਦਾ, ਕਰਤਾਰ ਦਾ। ਮੈਂ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਨੀਆਂ ਹਨ, ਮੈਂ ਸ਼ਬਦ ਦੇ ਦੁਆਲੇ ਪਰਿਕਰਮਾ ਕਰਨੀਆਂ ਨੇ। ਇਸ ਕਰਕੇ ਜੋ ਮੈਂ ਤਾਂ ਨਿਰੰਕਾਰ ਦਾ ਉਪਾਸਕ ਹਾਂ, ਮੈਂ ਕਰਤਾਰ ਦਾ ਉਪਾਸਕ ਹਾਂ। ਲੋਕਾਂ ਨੇ ਪਹਿਲੀ ਵਾਰ ਇਹ ਨਾਂ ਸੁਣੇ, ਨਿਰੰਕਾਰ, ਕਰਤਾਰ। ਉਸ ਵਕਤ ਗੁਰੂ ਨਾਨਕ ਦੇਵ ਜੀ ਨੂੰ ਕਈ ਲੋਕ ਕਹਿੰਦੇ ਸੀ ਇਹ ਕੁਰਾਈਆ ਹੈ, ਖੋਟੇ ਰਾਹ ਲਾਉਣ ਵਾਲਾ ਜਿਹਨੂੰ ਕਹਿੰਦੇ ਨੇ। ਕੋਈ ਆਖੇ ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਲੋ ਇਹ ਕਿਵੇਂ ਹੋ ਸਕਦਾ? ਸਾਹਮਣਾ ਕਰਨਾ ਪੈਂਦਾ ਜਦੋਂ ਨਵੀਂ ਚੀਜ਼ ਸ਼ੁਰੂ ਕਰਨੀ ਹੋਵੇ, ਨਵਾਂ ਧਰਮ ਸ਼ੁਰੂ ਕਰਨਾ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਕਿਤੇ ਜਾ ਕੇ ਲੋਕਾਂ ਨੂੰ ਸਮਝ ਪਈ ਸੀ ਕਿ ਜਿਨ੍ਹਾਂ ਨੂੰ ਅਸੀਂ ਭਗਵਾਨ ਕਹਿੰਦੇ ਉਹ ਭਗਵਾਨ ਨਹੀਂ ਹੈ। ਭਗਵਾਨ ਤਾਂ ਪਰਮੇਸ਼ਰ ਸਰਬ ਵਿਆਪਕ ਹੈ। ਫਿਰ ਕਿਸੇ ਨੇ ਐਸਾ ਬਣਾਇਆ, ਤੁਲਸੀ ਜੀ ਨੇ ਸ਼ਾਇਦ ਬਣਾਇਆ ਐਸਾ, ਦੋਹਰਾ ਏਕ ਰਾਮ ਦशरथ का बेटा, एक राम घट घट मैं लेटा, एक राम का सगल पसारा, एक राम सब हूं ते न्यारा। इस करके ये निर्गुण राम ਦਾ सगल पसारा है। ये जो सरगुण परमात्मा है वो सामने नजर आने वाला परमात्मा। इस तरह सारे ਜਿਹੜੇ ਜੀਵ ਸੀ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਮ ਦੇ ਨਾਲ ਜੋੜਿਆ, ਤਰਤੀਬ ਦੇ ਵਿੱਚ ਪਾਇਆ। ਫਿਰ ਲੋਕਾਂ ਨੂੰ ਇਹ ਤਰਤੀਬ ਦਿੱਤੀ ਕਿ ਸੋਦਰ ਦੇ ਵਿੱਚ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ ਵੱਜ ਤੇਰੇ ਨਾਦਾ ਅਨੇਕ ਅਸੰਖਾ ਕਿਤੇ ਤੇਰੇ ਬਾਵਨ ਹਾਰੇ।
ਕਿਤੇ ਤੇਰੇ ਰਾਗ ਪਰਿਸਿਓਂ ਕਹੀ ਹੈ, ਕਿਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੈ, ਰਾਜਾ ਧਰਮ ਦੁਆਰੇ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਇੱਕ ਤਰਤੀਬ ਲਾਤੀ ਸਿਰੇ ਤੋਂ ਸਿਰੇ ਤੱਕ। ਲੋਕਾਂ ਨੂੰ ਸਮਝਾਇਆ ਵੀ ਇਹ ਪ੍ਰਮਾਤਮਾ ਨੂੰ ਸਾਰੇ ਗਾ ਕੇ ਉਹਦੇ ਕੋਲੋਂ ਸ਼ਕਤੀ ਲੈ ਕੇ ਫਿਰ ਤੁਹਾਨੂੰ ਅੱਗੇ ਸ਼ਕਤੀ ਦਿੰਦੇ ਨੇ, ਔਰ ਤੁਸੀਂ ਇਹਨਾਂ ਨੂੰ ਹੀ ਪ੍ਰਮਾਤਮਾ ਮੰਨੀ ਜਾਂਦੇ ਹੋ। ਛੋਟੀਆਂ ਸ਼ਕਤੀਆਂ ਜਿਹੜੀਆਂ ਪ੍ਰਮਾਤਮਾ ਤੋਂ ਲੈ ਕੇ ਬਣ, ਜਿਹੜੀ ਮਹਾਨ ਸ਼ਕਤੀ ਪ੍ਰਮਾਤਮਾ ਹੈ ਉਹਦੇ ਨਾਲੋਂ ਤੁਸੀਂ ਟੁੱਟੇ ਬੈਠੇ ਹੋ। ਇਹ ਜਿਹੜੀਆਂ ਸ਼ਕਤੀਆਂ ਤੁਹਾਨੂੰ ਚਾਰ ਪਦਾਰਥ ਦੇ ਸਕਦੀਆਂ ਨੇ, ਮੁਕਤੀ ਨਹੀਂ ਦੇ ਸਕਦੀਆਂ। ਬੇਸ਼ੱਕ ਪਰਖ ਕੇ ਦੇਖ ਲਓ। ਜੇ ਕਿਸੇ ਨੂੰ ਸ਼ੰਕਾ ਹੈ, ਕਿਸੇ ਨੂੰ ਵੀ ਵਰਲਡ ਦੇ ਵਿੱਚ ਸ਼ੰਕਾ, ਉਹ ਪਰਖ ਕੇ ਦੇਖ ਸਕਦਾ ਹੈ। ਪ੍ਰਗਟ ਕਰਕੇ ਉਹਨੂੰ ਪੁੱਛ ਲਓ, ਕਿਉਂ ਜੀ ਮੁਕਤੀ ਮਿਲੇਗੀ ਤੁਹਾਡੇ ਤੋਂ? ਜਵਾਬ ਹੋ ਜਾਣਾ, ਮੁਕਤੀ ਕੋਈ ਵੀ ਨਹੀਂ ਦੇ ਸਕਦਾ ਹੈ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਚਾਰ ਪਦਾਰਥ ਜੇ ਕੋ ਮੰਗੇ, ਚਾਰ ਪਦਾਰਥ ਥੱਲੇ ਥੱਲੇ ਦੀਆਂ ਚੀਜ਼ਾਂ, ਛੋਟੇ ਛੋਟੇ ਪਦਾਰਥ, ਪੈਸਾ ਟਕਾ ਆਦਿਕ ਮੰਗ ਲੈਣਾ, ਇਹ ਛੋਟੀਆਂ ਸ਼ਕਤੀਆਂ ਦੇ ਸਕਦੀਆਂ ਨੇ। ਪਰ ਜੇ ਮੈਨੂੰ ਕੋਈ ਇਹ ਕਹਾ ਦੇਵੇ ਕਿਸੇ ਤੋਂ ਵੀ ਹਾਂ ਉਹ ਮੁਕਤੀ ਦੇ ਸਕਦਾ, ਤਾਂ ਆਪਾਂ ਸਾਰਾ ਕੁਝ ਛੱਡ ਕੇ ਉਹਦੇ ਮਗਰ ਲੱਗ ਜਾਵਾਂਗੇ। ਕਹਾਵੇ ਤਾਂ ਸਹੀ, ਮੈਨੂੰ ਉਹ ਕਰ ਹੀ ਨਹੀਂ ਸਕਦਾ ਕੋਈ। ਫਿਰ ਏਡਾ ਵੱਡਾ ਕੌਣ ਹੈ? ਉਹ ਸਿਰਫ ਇੱਕ ਵਾਹਿਗੁਰੂ, ਕਰਤਾਰ, ਪਰਮੇਸ਼ਰ, ਗੋਬਿੰਦ, ਨਾਰਾਇਣ, ਜਿਹਦੇ ਨਾਮ ਨੇ, ਜਿਹਨੂੰ ਅਸਲ ਵਿੱਚ ਆਪਾਂ ਗੌਡ ਕਹਿੰਦੇ, ਉਹ ਹੋਰ, ਉਹ ਸਰਬ ਵਿਆਪਕ ਹੈ, ਪਰਿਪੂਰਨ ਹੈ। ਜਗਦੰਬਾ ਤ੍ਰੈ ਗੁਣ ਕੀ ਖਾਨੀ। ਸੋ ਇਸ ਤਰ੍ਹਾਂ ਉਹਦੀ ਖੜ ਕੇ ਉਹਦੇ ਮੰਦਿਰ ਦੇ ਵਿੱਚ ਉਪਮਾ ਕਰਦਾ ਹੈ, ਜਗਤ ਮਾਤਾ ਹੈ ਤੂੰ, ਔਰ ਗੁਣਾ ਤਿੰਨਾਂ ਗੁਣਾਂ ਦੀ ਖਾਣ ਹੈ ਤੂੰ। ਐਸੀਆਂ ਉਪਮਾ ਕਰਕੇ ਉਹ ਪ੍ਰਸੰਨ ਕਰਦਾ ਹੈ। ਸਾਰੀ ਸਾਰੀ ਰਾਤ ਉੱਥੇ ਬੈਠਾ ਰਹਿੰਦਾ ਹੈ, ਕਿਉਂਕਿ ਮੁਕਤੀ ਦਾ ਇੱਛੁਕ ਹੈ ਕਿ ਮੈਨੂੰ ਕਿਸੇ ਤਰੀਕੇ ਨਾਲ ਮੁਕਤੀ ਦੀ ਜੋ ਪ੍ਰਾਪਤੀ ਹੋ ਜਾਵੇ। ਅਸਲ ਵਿੱਚ ਦੂਈ ਕੁਦਰਤ ਜਿਹੜੀ ਹੈ ਸਾਜੀ ਪ੍ਰਮਾਤਮਾ ਨੇ, ਉਹ ਹੈ ਸਾਰਿਆਂ ਦੀ ਸ਼ਕਤੀ। ਉਹਦੇ ਵੱਲ ਕਿਸੇ ਨੇ ਧਿਆਨ ਦਿੱਤਾ, ਉਹਦਾ ਕੋਈ ਰੂਪ ਆਕਾਰ ਨਹੀਂ। ਜਿਵੇਂ ਪਰਮੇਸ਼ਰ ਸਰਬ ਵਿਆਪਕ ਹੈ, ਇਸ ਤਰ੍ਹਾਂ ਸਰਬ ਵਿਆਪਕ ਜਿਹੜੀ ਕੁਦਰਤ ਹੈ, ਅਕਾਲ ਪੁਰਖ ਦੀ ਸ਼ਕਤੀ ਹੈ, ਸਾਰਾ ਕਰਮ ਉਹ ਕਰਦੀ ਹੈ। ਉਹਦੇ ਤੋਂ ਥੱਲੇ 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 ਬਹੁਤ ਨਿੱਕੀਆਂ ਨਿੱਕੀਆਂ ਤਾਕਤਾਂ ਕਰਮ ਕਰਦੀਆਂ ਨੇ। ਉਹ ਤਾਕਤਾਂ ਨੂੰ ਹੀ ਲੋਕ, ਛੋਟੇ ਤਾਕਤਾਂ ਨੂੰ ਹੀ ਪਰਮੇਸ਼ਰ ਸਮਝ ਕੇ ਉਹਨਾਂ ਦੀ ਆਰਾਧਨਾ ਕਰਦੇ ਰਹੇ। ਅਸ਼ਟ ਭੁਜੀ ਅਸ਼ਟਾ ਜੁਧ ਚਮਕ ਹੈ। ਹੁਣ ਕਹਿੰਦੇ ਨੇ ਇਸ ਤਰੀਕੇ ਨਾਲ ਉਹਦੀ ਉਪਮਾ ਵਿੱਚ ਹੀ ਲੱਗੇ ਹੋਏ ਨੇ ਕਿ ਸਾਰੀ ਉਪਮਾ ਕਰ ਕਰਕੇ ਕਿ ਅਸ਼ਟ ਭੁਜੀ ਹੈ ਤੂੰ, ਔਰ ਤੇਰੇ ਹੱਥਾਂ ਵਿੱਚ 8 ਸ਼ਸਤਰ ਚਮਕਦੇ ਨੇ। ਐਸਾ ਤਾਂ ਚਮਕਦੇ ਨੇ, ਪਰ ਇੱਕ ਉਹ ਸ਼ਕਤੀ ਹੈ ਸਿਰਫ, ਜਿਵੇਂ ਸੂਰਜ ਦੀਆਂ ਗਿਣਤੀ ਨਹੀਂ, ਕੋਈ ਕਿਰਨਾਂ ਕਿੰਨੀਆਂ ਨੇ, ਉਹਨਾਂ ਵਿੱਚੋਂ ਇੱਕ ਕਿਰਨ ਲੈ ਕੇ ਜੇ ਆਪਾਂ ਉਸ ਕਿਰਨ ਦੀ ਉਪਾਸਨਾ ਕਰੀਏ, ਇਹ ਕਿਰਨ ਤੂੰ ਹੀ ਸੂਰਜ ਹੈ, ਉਹ ਸਾਡੀ ਗਲਤੀ। ਅਸੀਂ ਕਿਰਨ ਨੂੰ ਸੂਰਜ ਨਹੀਂ ਕਹਿ ਸਕਦੇ। ਇਹ ਸਿਰਫ ਇੱਕ ਨਿੱਕੀ ਜਿਹੀ ਕਿਰਨ ਹੈ ਸੂਰਜ ਦੀ। ਇੱਕ ਇਸੇ ਪ੍ਰਕਾਰ ਦੁਨੀਆ ਦੇ ਅੰਦਰ ਸ਼ਕਤੀਆਂ ਨੇ, ਵੱਖਰੇ ਵੱਖਰੇ ਕਰਮ ਕਰਦੀਆਂ ਨੇ, ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਓੰਕਾਰ ਦੇ ਨਾਲ ਜੋੜਿਆ, ਜੋ ਖਟ ਜੋਤੀ ਪ੍ਰਕਾਸ਼ਕ ਹੈ, ਜੋ ਸਾਰੀਆਂ ਜੋਤੀਆਂ ਦਾ ਪ੍ਰਕਾਸ਼ਕ ਰੂਪ, ਸੂਰਜ ਨੂੰ, ਚੰਦਰਮਾ ਨੂੰ, ਬਿਜਲੀ, ਆਕਾਸ਼ ਦੀ, ਬੱਦਲਾਂ ਦੀ ਬਿਜਲੀ, ਧਰਤੀ ਉੱਤੇ ਜਿਹੜੀ ਚੀਜ਼ ਹੈ ਉਹ ਮਨੁੱਖ ਦੀ ਬੁੱਧੀ, ਅੱਗ ਤੇ ਤਾਰੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਪ੍ਰਕਾਸ਼ ਦੇਣ ਦਾ ਕਰਮ ਪ੍ਰਮਾਤਮਾ ਕਰਦਾ। ਬਾਕੀ ਜਿਹੜੀਆਂ ਸ਼ਕਤੀਆਂ ਨੇ ਉਹ ਸਾਰੀਆਂ ਸੂਰਜ ਦੀ ਇੱਕ ਇੱਕ ਕਿਰਨ ਹੈ, ਔਰ ਇੱਕ ਇੱਕ ਕਿਰਨ ਨੂੰ ਪ੍ਰਮਾਤਮਾ ਕਹਿਣਾ ਸਾਡੀ ਗਲਤੀ ਹੋਵੇਗੀ, ਪਰ ਇੱਕ ਇੱਕ ਕਿਰਨ ਨੂੰ ਇਹ ਕਹਿਣਾ ਕਿ ਹਾਂ ਤੂੰ ਪ੍ਰਮਾਤਮਾ ਦੀ ਦੇਣ ਹੈ, ਉਹ ਅਲੱਗ ਗੱਲ ਹੈ। ਇਸ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਦਿਨ ਦੇ ਵਾਸਤੇ ਸੂਰਜ ਦਿੱਤਾ, ਰਾਤ ਨੂੰ ਚੰਦਰਮਾ ਹੈ, ਤਾਰੇ ਹੈ, ਪਰ ਇਹ ਪ੍ਰਮਾਤਮਾ ਦੀਆਂ ਚੀਜ਼ਾਂ ਨੂੰ ਹੀ ਪ੍ਰਮਾਤਮਾ ਕਹਿ ਦੇਣਾ ਇਨਸਾਨ ਦੀ ਗਲਤੀ ਹੈ। ਦਾਤਨ ਪਾਤ ਵਿਸਾਲਾ ਦਮਕ ਹੈ। ਇਸ ਤਰ੍ਹਾਂ ਉਹਦੀ ਜਿਹੜੀ ਉਪਮਾ ਸੀ ਉਹ ਕਰਦਿਆਂ 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 ਹਰ ਰੋਜ਼ ਐਸੀ ਉਪਮਾ ਕਰਨੀ ਕਿ ਮੈਨੂੰ ਦਰਸ਼ਨ ਦਿਓ, ਮੇਰਾ ਕਲਿਆਣ ਕਰੋ, ਮੈਨੂੰ ਇਸ ਤਰ੍ਹਾਂ ਦਿਓ,
ਇਸ ਤਰੀਕੇ ਨਾਲ ਬਹੁਤ ਸਾਰੇ ਨਾਂ ਜਿਹੜੇ ਜਪਣ ਲੱਗੇ ਹਨ। ਦੋਹਰਾ ਅਸ ਪ੍ਰਕਾਰ ਬਹੁ ਨਾਮ ਜਪ ਪੂਜ ਕਾਲ ਕਾ ਮਾਤ। ਇਸ ਤਰ੍ਹਾਂ ਬਹੁਤ ਸਾਰੇ ਨਾਮ ਲੈ ਕੇ ਕਾਲਕਾ ਦੀ ਅਰਾਧਨਾ ਉਹ ਜਿਹੜਾ ਸੀ ਮਨੁੱਖ ਬਾਅਦ ਵਿੱਚ ਗੁਰੂ ਦਾ ਸਿੱਖ ਬਣਿਆ ਭਾਈ ਭਗੀਰਥ ਕਰਨ ਲੱਗਦਾ। ਕਾਰਨ ਤਿਮਰ ਗਿਆਨ ਕੋ ਚਹਿਤ ਹਿਰਦੇ ਦਿਨ ਰਾਤ। ਉਸ ਬੰਦੇ ਦੀ ਇੱਛਾ ਜਿਹੜੀ ਸੀ ਉਹ ਸੀ ਬੜੀ ਸ਼ੁੱਧ। ਉਹ ਚਾਹੁੰਦਾ ਸੀ ਮੇਰੇ ਮਨ ਚੋਂ ਅਗਿਆਨ ਦਾ ਹਨੇਰਾ ਦੂਰ ਹੋ ਜਾਏ ਔਰ ਮੈਨੂੰ ਦਰਸ਼ਨ ਦੇਵੇ, ਮੇਰੇ ਬੰਧਨ ਕੱਟ ਦੇਵੇ। ਸੀ ਤਾਂ ਉਹ ਰੱਬ ਦਾ ਭਗਤ, ਪਰ ਸਮਝਦਾ ਸੀ ਦੇਵੀ ਨੂੰ ਪ੍ਰਮਾਤਮਾ। ਇਹ ਉਹਦੀ ਇੱਕ ਵੱਡੀ ਭੁੱਲ ਸੀ, ਪਰ ਉਸ ਨੂੰ ਇਹ ਸਮਝ ਨਹੀਂ ਸੀ ਲੱਗਦੀ। ਜੇ ਆਪਾਂ ਆਪਣੇ ਵਰਗਾ ਬੰਦਾ ਉਦੋਂ ਭਗੀਰਥ ਨੂੰ ਕੋਈ ਕਹਿੰਦਾ ਵੀ ਇਹ ਪ੍ਰਮਾਤਮਾ ਨਹੀਂ, ਉਹ ਸ਼ਾਇਦ ਸਾਡੇ ਨਾਲ ਲੜ ਪੈਂਦਾ, ਗੁੱਸੇ ਹੋ ਜਾਂਦਾ ਵੀ ਤੁਸੀਂ ਮੈਨੂੰ ਗਲਤ ਕਹਿ ਰਹੇ ਹੋ, ਉਹ ਐਡੀ ਸ਼ਕਤੀ ਹੈ। ਪਰ ਖੁਦ ਹੀ ਉਹ ਸ਼ਕਤੀ ਉਹਦੇ ਭਰਮ ਦੀ ਨਿਵਰਤੀ ਕਰੇਗੀ। ਕਾਰਨ ਤਿਮਰ ਅਗਿਆਨ ਕੋ ਚਹਿਤ ਹਿਰਦੇ ਦਿਨ ਰਾਤ। ਰਾਤ ਦਿਨ ਚਾਹੁੰਦਾ ਕਿ ਮੇਰਾ ਅਗਿਆਨਤਾ ਦਾ ਹਨੇਰਾ ਮਿਟ ਜਾਵੇ। ਚੌਪਾਈ ਏਕ ਦਿਵਸ ਸੁਚ ਸੰਜਮ ਸਾਥਾ। ਇੱਕ ਦਿਨ ਦੀ ਗੱਲ ਹੈ ਕਿ ਬੜੀ ਸੁਚਮ ਤੇ ਸੰਜਮ ਦੇ ਨਾਲ, ਪਵਿੱਤਰਤਾ ਦੇ ਨਾਲ ਬੰਦੈ ਧਰ ਪਰ ਧਰ ਕਰ ਮਾਥਾ। ਧਰਤੀ ਦੇ ਉੱਤੇ ਧਰ ਕੇ ਮੱਥਾ ਚੰਗੀ ਤਰ੍ਹਾਂ ਬੜੇ ਪਿਆਰ ਨਾਲ ਉਸਨੇ ਜਾ ਕਰਕੇ ਜੋ ਮੱਥਾ ਉੱਥੇ ਟੇਕਣਾ ਕੀਤਾ ਹੈ। ਸੇਵਾ ਕਰਤਿਓ ਬਾਸੁਰ ਬੀਤਾ। ਸੇਵਾ ਕਰਦਿਆਂ ਸਾਰਾ ਦਿਨ ਬਤੀਤ ਹੋ ਗਿਆ। ਤਦਪਨਾ ਤਜਹਿ ਬਦੀ ਚਿਤ ਪ੍ਰੀਤਾ। ਫੇਰ ਵੀ ਨਹੀਂ ਛੱਡ ਰਿਹਾ ਉੱਥੇ ਸੇਵਾ, ਤੇ ਉਹਦੇ ਚਿੱਤ ਦੀ ਜਿਹੜੀ ਪ੍ਰੀਤੀ ਸੀ ਉਹ ਅੱਜ ਬਹੁਤ ਜ਼ਿਆਦਾ ਵੱਧ ਗਈ। ਰਹਿਓ ਕਾਲਕਾ ਮੰਦਰ ਮਾਹੀ। ਉਹ ਉੱਥੇ ਕਾਲਕਾ ਤੋਂ ਭਾਵ ਕਾਲੀ ਦੇਵੀ ਦੇ ਮੰਦਰ ਵਿੱਚ ਹੀ ਜਾ ਕੇ ਰਿਹਾ। ਸਦਨ ਨਾ ਗਮਨਿਓ ਅਤ ਚਿਤ ਚਾਹੀ। ਘਰ ਨਹੀਂ ਗਿਆ, ਚਿੱਤ ਦੀ ਚਾਹਨਾ ਬਹੁਤੀ ਵੱਧ ਗਈ ਕਿ ਹੁਣ ਮੈਨੂੰ ਦੇਵੀ ਦਰਸ਼ਨ ਦੇ ਦੇਵੇ। ਅਰਧ ਨਿਸਾ ਬੀਤੀ ਅਲਸਾਵਾ। ਅੱਧੀ ਰਾਤ ਹੋਈ, ਉੱਥੇ ਥੰਮਲੇ ਨਾਲ ਲੱਗ ਕੇ ਬੈਠਾ ਤੇ ਆਲਸ ਜਿਹਾ ਜਿਵੇਂ ਬੰਦੇ ਨੂੰ ਪੈਂਦਾ, ਅੱਧੋ ਮਿੱਟੀ ਨੀਂਦ ਹੁੰਦੀ ਆ। ਆਮ ਤੌਰ ਤੇ ਜਗਿਆਸੂ ਨੂੰ ਇਸੇ 'ਚ ਹੀ ਦਰਸ਼ਨ ਹੁੰਦੇ ਜ਼ਿਆਦਾ, ਕਿਸੇ ਵੀ ਚੀਜ਼ ਦੇ, ਹਰੇਕ ਇਸ਼ਟ ਦੇਵ ਦੇ ਪਹਿਲਾਂ ਅੱਧੋ ਮਿੱਟੀ 'ਚ ਹੋਣਗੇ, ਫਿਰ ਉਹਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ। ਹੌਲੀ ਹੌਲੀ ਦੇਖਦੇ ਨੇ ਕਿ ਜਰਦਾ ਵੀ ਇਹ ਗੱਲ ਨੂੰ, ਜੇ ਨਾ ਜਰੇ ਤਾਂ ਫਿਰ ਥੋੜਾ ਥੋੜਾ ਹੋਰ ਵਧਾਈ ਜਾਂਦੇ ਨੇ। ਇਸ ਤਰ੍ਹਾਂ ਅੱਧੋ ਮਿੱਟੀ 'ਚ ਬੈਠਾ ਥੰਮਲੇ ਨਾਲ ਲੱਗ ਕੇ। ਤਬ ਹੈ ਚੰਡਕਾ ਸੁਪਨ ਦਿਖਾਵਾ। ਉਹ ਚੰਡੀ ਨੇ ਉਸ ਵਕਤ, ਚੰਡਕਾ ਇੱਥੇ ਸਾਰੇ ਹੀ ਨਾਮ ਅਸਲ ਵਿੱਚ ਆ ਜਾਂਦੇ ਨੇ। ਦੇਵੀ ਨੇ ਆਪਣਾ ਸੁਪਨਾ ਦਿਖਾਇਆ, ਇਹਨੂੰ ਦਰਸ਼ਨ ਦਿੱਤੇ ਹਨ। ਭੋ ਸਮੱਤੇ ਜੋ ਮਨੋਰਥ ਤੋਰਾ। ਕਹਿਣ ਲੱਗੀ, ਹੈ ਸਮਤਵਾਨ, ਜਿਹੜਾ ਤੇਰਾ ਮਨੋਰਥ ਹੈ ਨਾ ਮਨ ਦਾ, ਹੋਏ ਸੰਪੂਰਨ ਇਹ ਬਾਰ ਮੋਰਾ। ਤੇਰਾ ਸੰਪੂਰਨ ਹੋਵੇਗਾ, ਇਹ ਮੇਰਾ ਵਰ ਹੈ ਤੈਨੂੰ। ਨਿਜ ਸਰੂਪ ਕੋ ਲਖ ਹੈ ਗਿਆਨਾ। ਆਪਣੇ ਸਰੂਪ ਦਾ ਗਿਆਨ ਤੈਨੂੰ ਹੋ ਜਾਵੇਗਾ। ਇਹਨੂੰ ਆਤਮਿਕ ਗਿਆਨ ਕਿਹਾ ਮਹਾਰਾਜ ਨੇ। ਪ੍ਰਾਪਤ ਹੋਏ ਅਪਵਰਗ ਮਹਾਨਾ। ਤੈਨੂੰ ਇਹ ਜਿਹੜਾ ਹੈ ਨਾ ਮੁਕਤੀ, ਇਹ ਮਿਲ ਜਾਏਗੀ, ਇਹ ਤੈਨੂੰ ਮੈਂ ਕਹਿ ਦਿੰਦੀ ਆ। ਪਰ ਪਰਾਲਬਧ ਹੈ ਤਨ ਕੀ ਜੋ ਲਓ। ਜਦੋਂ ਤੱਕ ਤੇਰੇ ਸਰੀਰ ਦੀ ਪਰਾਲਬਧ ਹੈ, ਸੇਵਾ ਸ੍ਰੀ ਨਾਨਕ ਪਗ ਤੋਲੋ। ਹੁਣ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਪ੍ਰਗਟ ਹੋ ਕੇ ਕਹਿਣ ਲੱਗੀ, ਤੈਨੂੰ ਗਿਆਨ ਹੋ ਜਾਏਗਾ, ਤੈਨੂੰ ਮੁਕਤੀ ਮਿਲ ਜਾਏਗੀ ਜਦੋਂ ਤੱਕ ਤੇਰੀ ਪਰਾਲਬਧ ਹੈ ਦੁਨੀਆ ਅੰਦਰ। ਸੇਵੋ ਸ੍ਰੀ ਨਾਨਕ ਪਗ ਤੋਲੋ। ਜਾਂ ਮੈਂ ਤੈਨੂੰ ਕਹਿਨੀ ਆ ਮੁਕਤੀ ਮਿਲੇਗੀ, ਤੈਨੂੰ ਗਿਆਨ ਵੀ ਹੋਵੇਗਾ, ਪਰ ਮੇਰੇ ਕੋਲੋਂ ਨਹੀਂ। ਤੂੰ ਚਲਿਆ ਜਾ ਗੁਰੂ ਨਾਨਕ ਸਾਹਿਬ ਦੇ ਕੋਲ। ਜਦ ਤੱਕ ਤੇਰਾ ਸਰੀਰ ਹੈ ਨਾ, ਤੂੰ ਉਦੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕਰ ਜਾ ਕੇ। ਗੁਰ ਸੁਲਤਾਨ ਹੈ ਕੀਨ ਦੁਕਾਨਾ। ਉਹ ਸੁਲਤਾਨਪੁਰ ਸਾਹਿਬ ਦੇ ਵਿੱਚ ਹੱਟੀ ਕਰਦੇ ਨੇ ਇਸ ਵਕਤ। ਸੱਚਾ ਸੌਦਾ ਦੁਨੀਆ ਨੂੰ 13 ਕਰਕੇ ਤੋਲ ਕੇ ਬਣ ਰਹੇ ਨੇ। ਉਹ ਨਿਰੰਕਾਰ ਪਰਮੇਸ਼ਰ ਦੁਨੀਆ ਤੇ ਇਸ ਵਕਤ ਆਪ ਆਇਆ ਹੋਇਆ ਹੈ। ਦੁਰਿਓ ਰਹਿਤ ਹੈ ਜਾਏ ਨ ਜਾਣਾ। ਉਹ ਛੁਪਿਆ ਰਹਿੰਦਾ ਹੈ, ਕਿਸੇ ਤੋਂ ਜਾਣਿਆ ਨਹੀਂ ਜਾਂਦਾ ਕਿ ਪਰਮੇਸ਼ਰ ਹੈ, ਪਰ ਪਰਮੇਸ਼ਰ ਨੇ ਦੁਨੀਆ ਦੇ ਉੱਤੇ ਆ ਕਰਕੇ ਹੁਣ ਸ੍ਰਿਸ਼ਟੀ ਦਾ ਕਲਿਆਣ ਕਰਨਾ ਹੈ। ਸ੍ਰੀ ਕਰਤਾਰ ਰੂਪ ਅਵਤਾਰਾ। ਉਹ ਆਪ ਕਰਤਾਰ ਹੈ, ਉਸੇ ਨੇ ਤਾਂ ਆ ਕੇ ਅਵਤਾਰ ਧਾਰਿਆ ਹੈ। ਇਸ ਕਰਕੇ ਇਹ ਸਾਰੀ ਗੱਲ ਦੱਸੀ। ਕਲ ਨਰ ਤਾਰਨ ਕੋ ਤਨ ਧਾਰਾ। ਕਲਯੁਗ ਦੇ ਵਿੱਚ ਬੰਦਿਆਂ ਨੂੰ ਤਾਰਨ ਲਈ ਉਹਨਾਂ ਨੇ ਇਹ ਆਪਣਾ ਜਿਹੜਾ ਸਰੂਪ ਹੈ ਨਾ ਧਾਰਨਾ ਕੀਤਾ ਹੈ। ਧਰ ਸਰਦਾ ਦਰਸ਼ੋ ਦੁਖ ਸਦਾਹੂ। ਤੇ ਇਸ ਕਰਕੇ ਜਿਹੜਾ ਹੈ ਸ਼ਰਧਾ ਧਰ ਕੇ ਹਮੇਸ਼ਾ ਉਹਨਾਂ ਦੇ
ਦਰਸ਼ਨ ਕਰਨੇ ਨੇ ਜਾ ਕਰਕੇ। ਤੋ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਕੁਛ ਕੁ ਭਾਈ ਵੀਰ ਸਿੰਘ ਆਪਣੇ ਵਿਚਾਰ ਲਿਖਦੇ ਨੇ। ਇੱਕ ਤਾਂ ਇਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵੀ ਨੂੰ ਮੁਕਤੀ ਦੇਣੋਂ ਅਸਮਰੱਥ ਲਿਖਿਆ। ਇਸੇ ਕਰਕੇ ਦੇਵੀ ਇੱਥੇ ਆਪਣੇ ਭਗਤ ਨੂੰ ਮੁਕਤੀ ਪ੍ਰਾਪਤੀ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਾਸਤੇ ਉਪਦੇਸ਼ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਾਕ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਜੋ ਮੁਕਤੀ ਦੇਣੀ ਸੀ ਫਿਰ ਕਿੱਥੇ ਛੁਪ ਗਈ ਸੀ। ਉਦੋਂ ਨਾਮਦੇਵ ਨੂੰ ਵੀ ਐਸਾ ਹੀ ਹੋਇਆ। ਦੇਵੀ ਤਾਂ ਪ੍ਰਗਟ ਕਰ ਲਈ ਨਾਮਦੇਵ ਨੇ, ਜਦ ਮੁਕਤੀ ਮੰਗੀ ਕਹਿੰਦੀ ਮੁਕਤੀ ਨਹੀਂ ਦੇ ਸਕਦੀ, 4 ਪਦਾਰਥ ਦੇ ਸਕਦੀਆਂ ਕਿ ਮੈਂ ਤੈਨੂੰ ਪੈਦਾ ਕਰਨ ਵਾਲੀ ਨਹੀਂ, ਪੈਦਾ ਕਰਨ ਵਾਲੀ ਸ਼ਕਤੀ ਪ੍ਰਮਾਤਮਾ ਹੈ, ਮੁਕਤੀ ਵੀ ਉਹੀ ਦੇ ਸਕਦਾ, ਮੇਰੇ ਕੋਲੋਂ ਛੋਟੀਆਂ ਚੀਜ਼ਾਂ ਮੰਗ ਸਕਦੇ ਹੋ। ਤੋ ਇੱਥੇ ਭਾਈ ਸੰਤੋਖ ਸਿੰਘ ਜੀ ਦੀ ਦੇਵੀ ਦੀ ਜਿਹੜੀ ਜ਼ਬਾਨੀ ਕਹਿ ਰਹੇ ਨੇ, ਗੁਰੂ ਨਾਨਕ ਦੇਵ ਜੀ ਕਰਤਾਰ ਦਾ ਅਵਤਾਰ ਨੇ, ਜਿਹਦੇ ਅਰਥ ਇਹ ਨੇ ਕਿ ਸਭ ਤੋਂ ਉੱਚੇ ਹਨ। ਫਿਰ ਕਦੇ ਹੋ ਸਕਦਾ ਕਿ ਉਹੀ ਭਾਈ ਸੰਤੋਖ ਸਿੰਘ ਜੀ ਦੇ ਦੇਵੀ ਬਾਬਤ ਲੇਖਾਂ ਤੋਂ ਦੇਵੀ ਨੂੰ ਗੁਰੂ ਜੀ ਤੋਂ ਵੱਡਾ ਸਮਝਿਆ ਕਈਆਂ ਲੋਕਾਂ ਨੇ, ਪਰ ਨਹੀਂ। ਸ੍ਰੀ ਜਪਜੀ ਸਾਹਿਬ ਦੇ ਟੀਕੇ ਗਰਭਗੰਜਨੀ ਵਿੱਚ ਕਵੀ ਜੀ ਆਪ ਦੱਸਦੇ ਨੇ ਕਿ ਆਨੰਦ ਘਨ ਨੇ 10ਵੇਂ ਗੁਰੂ ਜੀ ਦਾ ਗੁਰੂ ਦੇਵੀ ਦੱਸ ਕੇ ਭੁੱਲ ਕੀਤੀ। ਕਵੀ ਜੀ ਉੱਥੇ ਦੱਸਦੇ ਨੇ ਕਿ ਦੇਵੀ ਗੁਰੂ ਨਹੀਂ ਦਸ਼ਮੇਸ਼ ਜੀ ਦਾ, ਤੇ ਆਪ ਪ੍ਰਮਾਣ ਦਿੰਦੇ ਨੇ ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਹ 10ਵੇਂ ਗੁਰਾਂ ਦਾ ਵਾਕ ਦੇ ਕੇ ਭਾਈ ਸੰਤੋਖ ਨੇ ਇੱਥੇ ਦਸ਼ਮੇਸ਼ ਜੀ ਦਾ ਗੁਰੂ ਵਾਹਿਗੁਰੂ ਨੂੰ ਸਿੱਧ ਕੀਤਾ, ਦੇਵੀ ਗੁਰੂ ਨਹੀਂ। ਇਸ ਕਰਕੇ ਐਸੀਆਂ ਚੀਜ਼ਾਂ ਲੋਕ ਟਪਲਾ ਖਾ ਜਾਂਦੇ ਨੇ ਕਈ ਵਾਰੀ। ਉਹ ਸਮਾਂ ਪੈਣ ਤੇ ਜਦੋਂ ਆਪ ਅਵਤਾਰ ਜਿਹੜੇ ਸਮੇਂ ਦੇ ਉਹ ਖੁਦ ਹੀ ਕਹਿ ਦੇਣ ਆ ਕੇ, ਤਾਂ ਦੁਨੀਆ ਨੂੰ ਪ੍ਰਤੀਤੀ ਹੁੰਦੀ ਕਿ ਵਾਕਈ ਪਰਮਾਤਮਾ ਤਾਂ ਬਹੁਤ ਜ਼ਿਆਦਾ ਵੱਡਾ ਹੈ। ਇਸ ਤਰ੍ਹਾਂ ਇੱਥੇ ਆ ਕਰਕੇ ਇਸ ਨੂੰ ਦੱਸ ਦਿੱਤਾ। ਜਗ ਜੀਵਨ ਕੋ ਲੇਵਹੁ ਲਾਹੂ, ਜਾ ਚਲਿਆ ਜਾ ਜਗਤ ਦੇ ਜੀਵਨ ਮਾਲਕ ਗੁਰੂ ਨਾਨਕ ਦੇਵ ਜੀ ਕੋਲ ਸੇਵਾ ਦਾ ਲਾਹਾ ਖੱਟ, ਮੇਰੇ ਮੰਦਰ ਵਿੱਚ ਤਾਂ ਹੁਣ ਬੈਠ ਆ ਕੇ। ਕਿਤੇ ਮਾਤਰ ਮਹਿ ਖੁੱਲੇ ਬਿਲੋਚਨ, ਇੰਨੇ ਨੂੰ ਜਿਹੜੀਆਂ ਅੱਖਾਂ ਸੀ ਖੁੱਲ ਗਈਆਂ ਉਸ ਵਕਤ। ਲਖ ਸੁਪਨੇ ਕੋ ਕਰ ਬਹੁ ਸੋਚਨ, ਹੁਣ ਕੀ ਹੋਇਆ, ਜਿਹੜਾ ਸੁਪਨਾ ਆਇਆ ਸੀ ਉਹਨੂੰ ਸੋਚਣ ਲੱਗ ਪਏ, ਸੁਪਨੇ ਨੂੰ, ਵੀ ਇਹ ਕੀ ਮੇਰੇ ਨਾਲ ਕੌਤਕ ਵਰਤ ਗਿਆ। ਹੋਰ ਹੋਤਲਾ ਦਿੜ ਬੈਰਾਗਾ, ਸਵੇਰ ਹੋਣ ਤੱਕ ਮਨ ਦੇ ਅੰਦਰ ਜਿਹੜਾ ਬੈਰਾਗ ਸੀ ਹੋਰ ਜ਼ਿਆਦਾ ਦ੍ਰਿੜ ਹੋ ਗਿਆ। ਭਇਓ ਹਿਰਦੈ ਨਿਜ ਕੁਟੰਬ ਤਿਆਗਾ, ਮਨ ਦੇ ਅੰਦਰ ਇੰਨਾ ਬੈਰਾਗ ਹੋਇਆ ਕਿ ਆਪਣਾ ਜਿਹੜਾ ਪਰਿਵਾਰ ਸੀ ਉਹ ਛੱਡ ਦਿੱਤਾ। ਰਾਮ ਚੌਧਰਤਾ ਯਾਦ ਵਿਭੂਤੀ, ਪਿੰਡ ਦੀ ਜਿਹੜੀ ਚੌਧਰਪੁਣਾ ਸੀ, ਬਾਕੀ ਐਸ਼ੋ ਇਸ਼ਰਤ ਦਾ ਸਮਾਨ ਸੀ, ਉਹ ਵੀ ਸਭ ਛੱਡ ਦਿੱਤਾ। ਤਜ ਗਮਨਿਓ ਅਤ ਸਹਿਮਤ ਪੂਤੀ, ਜਿਸ ਦੀ ਬੁੱਧੀ ਬਹੁਤ ਪਵਿੱਤਰ ਹੋ ਗਈ ਸੀ ਤੇ ਛੱਡ ਕੇ ਸਾਰਾ ਕੁਝ ਚੱਲਿਆ। ਰੋਕ ਰਹੇ ਨਰ ਰੁਕਤ ਨਾ ਕੈਸੇ, ਸਾਰੀ ਦੁਨੀਆ ਰੋਕਣ ਲੱਗੀ ਰੁਕ ਜਾ ਭਾਈ ਨਾ ਛੱਡ, ਪਰ ਨਹੀਂ ਰੁਕਿਆ। ਪ੍ਰੇਮ ਪ੍ਰਵਾਹੇ ਬਹਿਓ ਹੜ ਜੈਸੇ, ਜਿਵੇਂ ਹੜ ਦਾ ਪਾਣੀ ਆ ਜਾਂਦਾ ਇੱਕਦਮ ਕਿਸੇ ਤੋਂ ਰੁਕਦਾ ਨਹੀਂ, ਇਸੇ ਤਰ੍ਹਾਂ ਪ੍ਰੇਮ ਦਾ ਪ੍ਰਵਾਹ ਜਿਹੜਾ ਸੀ ਬਹਿ ਚੱਲਿਆ, ਲੈ ਚੱਲਿਆ ਸੁਲਤਾਨਪੁਰ ਨੂੰ। ਆਵਾ ਪੁਰ ਸੁਲਤਾਨ ਹੈ ਤੂਰਨ, ਛੇਤੀ ਨਾਲ ਉਹ ਬਾਹੋ ਦਾਹੀ ਸ੍ਰੀ ਸੁਲਤਾਨਪੁਰ ਸਾਹਿਬ ਪਹੁੰਚ ਗਿਆ। ਪ੍ਰੇਮ ਸੰਗ ਹਿਰਦਾ ਭਰਪੂਰਨ, ਪ੍ਰੇਮ ਦੇ ਨਾਲ ਹਿਰਦਾ ਭਰਿਆ ਪਿਆ। ਮਾਤਾ ਨੇ ਉਹਨੂੰ ਦੱਸ ਦਿੱਤਾ ਉਹ ਨਿਰੰਕਾਰ ਆਪ, ਜੋ ਤੂੰ ਮੰਗਦਾ ਉੱਥੋਂ ਮਿਲਣਾ। ਹੁਣ ਗੁਰੂ ਨਾਨਕ ਸਾਹਿਬ ਤੇ ਐਸੀ ਸ਼ਰਧਾ ਬਣੀ ਕਿ ਪੈਰ ਰੋਕ ਹੀ ਨਹੀਂ ਸਕੇ ਉੱਥੇ, ਬਹੁਤ ਛੇਤੀ ਨਾਲ ਸੁਲਤਾਨਪੁਰ ਸਾਹਿਬ ਆ ਗਿਆ ਹੈ। ਰਹਿ ਆਪਨ ਪਰ ਜਾਚਕ ਭੀਰਾ, ਉਸ ਵਕਤ ਜਦੋਂ ਜਾ ਕਰਕੇ ਦੇਖਿਆ ਕਿ ਕਿੰਨੀ ਉੱਥੇ ਭੀੜ ਲੱਗੀ ਹੋਈ ਹੈ ਮੰਗਣ ਵਾਲਿਆਂ ਦੀ। ਦਰਸ਼ਨ ਹਿਤ ਹੈ ਹੋਤ ਅਧੀਰਾ, ਇਹ ਦਰਸ਼ਨ ਵਾਸਤੇ ਬੜਾ ਅਧੀਰ ਹੁੰਦਾ, ਧੀਰਜ ਨਹੀਂ ਆ ਰਿਹਾ। ਪੱਗ ਪਰ ਰਹਿਓ ਦੰਡ ਸਮਾਨਾ, ਜਾ ਕੇ ਮੱਥਾ ਟੇਕਿਆ, ਡੰਡੇ ਵਾਂਗੂ ਲੰਮਾ ਪੈ ਗਿਆ ਮਹਾਰਾਜ ਦੇ ਚਰਨਾਂ 'ਚ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਜਾ ਕੇ ਲੰਮਾ ਪੈ ਗਿਆ ਹੈ। ਵਿਆਕੁਲ ਭਾ ਤਨ ਸੁਧ ਬਿਸਰਾਨਾ, ਵਿਆਕੁਲ ਹੋ ਗਿਆ, ਸਰੀਰ ਦੀ ਸਾਰੀ ਸੁੱਧ ਹੀ ਮੁੱਕ ਗਈ। ਇੱਕਦਮ ਜਿਵੇਂ ਬੰਦਾ ਬੇਹੋਸ਼ੀ ਦੀ ਹਾਲਤ 'ਚ ਹੋ ਜਾਂਦਾ, ਬਸ ਐਸਾ ਹੋ ਗਿਆ ਕਿ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਿਆ। ਸਭ ਬਿਰਤਾਂਤ ਲੱਖ ਕਰ ਜਗਨਾਥਾ, ਸਾਰਾ ਬਿਰਤਾਂਤ ਜਗਤ ਦੇ ਨਾਥ ਨੇ ਤਾਂ ਆਪ ਹੀ ਕਰਵਾਇਆ ਸੀ। ਜਾਣ ਕੇ ਬਿਰਤਾਂਤ ਵੀ ਇਹ ਆ ਗਿਆ ਹੁਣ ਮੇਰਾ ਪਿਆਰਾ, ਯੁੱਗਾਂ ਦਾ ਭਗਤ ਹੈ। ਤਪੱਸਿਆ ਕਰਨੀ ਇੱਕ ਅਲੱਗ ਗੱਲ ਹੈ,
ਤਪੱਸਿਆ ਨਾਲ ਕੋਈ ਏਡੀ ਵੱਡੀ ਪ੍ਰਾਪਤੀ ਨਹੀਂ ਹੁੰਦੀ, ਪਰ ਭਗਤੀ ਨਾਲ ਪ੍ਰਾਪਤੀ ਬਹੁਤ। ਭਗਤੀ ਤੇ ਤਪੱਸਿਆ ਦਾ ਫਰਕ ਹੈ। ਤਪੱਸਿਆ ਹੋ ਗਈ, ਇੱਕ ਲੱਤ ਦੇ ਭਾਰ 12 ਸਾਲ ਖੜ ਗਿਆ, 2 ਲੱਤਾਂ ਭਾਰ ਖੜ ਗਿਆ, ਕਦੇ ਪਾਣੀ 'ਚ ਖੜ ਗਿਆ, ਕਦੇ ਪੁੱਠਾ ਲਟ ਗਿਆ, ਕਦੇ ਮੋਨੀ ਬਣ ਗਿਆ, ਕਦੇ ਰੋਟੀ ਛੱਡਤੀ, ਕਦੇ ਜਟਾਂ ਵਧਾ ਲਈਆਂ, ਕਦੇ ਸੁਆਹ ਮਲ ਲਈ, ਕਦੇ ਪੁੱਠਾ ਲਟ ਗਿਆ। ਇਹ ਹੁੰਦੀ ਤਪੱਸਿਆ। ਇਹਦੇ ਨਾਲ ਪ੍ਰਮਾਤਮਾ ਦੀ ਇੰਨੀ ਖੁਸ਼ੀ ਨਹੀਂ ਹੁੰਦੀ, ਪਰ ਜਿੰਨੀ ਖੁਸ਼ੀ ਪ੍ਰਮਾਤਮਾ ਦੀ ਹੁੰਦੀ ਸਤਸੰਗਤ ਵਿੱਚ ਬਹਿ ਕੇ ਜੇ ਆਖ ਦਈਏ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ, ਇਸ ਤੇ ਬਹੁਤ ਖੁਸ਼ ਹੁੰਦੇ ਪ੍ਰਮਾਤਮਾ। ਵਾਹਿਗੁਰੂ ਕਿਹਾ, ਉਹ ਤਪੱਸਿਆ ਜਿਹੜੀ ਹੁੰਦੀ ਆ ਉਹ 'ਚ ਮਿਹਨਤ ਵੀ ਜ਼ਿਆਦਾ ਹੈ ਤੇ ਪ੍ਰਾਪਤੀ ਵੀ ਨਹੀਂ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਨੂੰ ਤਪੱਸਿਆ ਵਾਲੇ ਪਾਸਿਓਂ ਰੋਕ ਕੇ ਭਗਤੀ ਵਾਲੇ ਪਾਸੇ ਲਾਇਆ ਹੈ। ਹੱਥ ਸੁਹਾਇਓ ਮਤ ਹੈ ਸਾਥਾ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣਾ ਪਵਿੱਤਰ ਕਰ ਕਮਲ ਉਹਦੇ ਮਸਤਕ ਦੇ ਉੱਤੇ ਰੱਖ ਦਿੱਤਾ। ਭੁਜਾ ਪਕੜ ਕੇ ਬਹੁਰ ਬਿਠਾਇਓ। ਫਿਰ ਬਾਂਹ ਤੋਂ ਫੜ ਕੇ ਬੈਠਾ ਕਰ ਲਿਆ। ਸ੍ਰੀ ਮੁਖ ਕੋਮਲ ਬਾਕ ਅਲਾਇਓ। ਸ਼੍ਰੋਮਣੀ ਮੁਖ ਵਿੱਚੋਂ ਬੜੇ ਕੋਮਲ ਮਿੱਠੇ ਵਾਕ ਕਹੇ। ਕੌਣ ਮਨੋਰਥ ਕਹਿਤੇ ਆਵਾ। ਕੀ ਮਨੋਰਥ ਹੈ ਭਾਈ, ਤੂੰ ਕਿੱਥੋਂ ਆਇਆ? ਜਾਣਦੇ ਹੋਏ ਵੀ ਪੁੱਛਣਾ। ਇਹ ਗੱਲ ਹੁੰਦੀ ਕਿ ਸਭ ਕੁਝ, ਇਹ ਕਈ ਚੀਜ਼ਾਂ ਐਸੀਆਂ ਨੇ ਜਿਵੇਂ ਆਮ ਬੰਦੇ ਕਿਤਾਬ ਪੜ੍ਹ ਲਈ, ਉਹ ਉਹਦੇ ਲਕੀਰ ਦੇ ਫਕੀਰ ਹੋ ਜਾਂਦੇ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰਹਿ ਕੇ ਕਥਾ ਵਿੱਚ ਸਿੱਖ ਸਕਦੇ ਆ, ਮਹਾਤਮਾ ਕੋਲ ਸਿੱਖ ਸਕਦੇ ਆ। ਅੰਤਰਜਾਮੀ ਨੇ ਸਤਿਗੁਰੂ, ਪਰ ਫੇਰ ਵੀ ਪੁੱਛਦੇ ਨੇ ਕਿਉਂ ਤੇਰਾ ਮਨੋਰਥ ਕੀ ਹੈ ਭਾਈ। ਚਾਹੇ ਉਹ ਸੋ ਦਿਓ ਕਹੋ ਮਨ ਭਾਵਾ। ਮਨ ਭਾਉਂਦੀ ਗੱਲ ਆਖ ਤੈਨੂੰ ਉਹੀ ਅਸੀਂ ਦੇਵਾਂਗੇ। ਸੁਣ ਤ ਭਗੀਰਥ ਬੋਲਿਓ ਬਾਣੀ। ਸੁਣ ਕੇ ਭਾਈ ਭਗੀਰਥ ਬੋਲਿਆ ਬਚਨ। ਸਭ ਜਾਣਤ ਹੋ ਤੁਮ ਗੁਣ ਖਾਨੀ। ਐ ਮਹਾਰਾਜ ਨੂੰ ਦੇਖਣਾ ਕਿ ਇਹਦੇ ਮਨ 'ਚ ਮੇਰੇ ਪ੍ਰਤੀ ਕਿੰਨੀ ਭਾਵਨਾ ਹੈ। ਅੰਤਰਜਾਮ ਤਾਂ ਦਿਖਾਉਣ ਨਾਲ ਉਹ ਗੱਲ ਨਹੀਂ ਬਣਦੀ। ਇੱਥੇ ਜਦੋਂ ਮਹਾਰਾਜ ਨੇ ਕਿਹਾ ਦੱਸ ਭਾਈ ਤੂੰ ਕੀ ਚਾਹੁੰਦਾ ਹੈ, ਤੈਨੂੰ ਕੀ ਇੱਛਾ ਹੈ, ਹੁਣ ਉਹਦੀ ਭਾਵਨਾ ਪ੍ਰਗਟ ਹੋਈ ਹੈ। ਸਭ ਜਾਣਦੇ ਹੋ, ਤੁਸੀਂ ਗੁਣਾਂ ਦੀ ਖਾਣ ਸਭ ਕੁਝ ਜਾਣਦੇ ਹੋ, ਤੁਸੀਂ ਆਪ ਪਰਮੇਸ਼ਰ ਹੋ ਜੀ। ਸੰਤਵ ਕਹਾ ਬੂਝਣ ਅਨੁਸਾਰੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਵੀ ਆਪ ਜੀ ਪੁੱਛਦੇ ਹੋ, ਮੈਂ ਉਸ ਮੁਤਾਬਕ ਦੱਸਦਾ ਜੀ। ਰਹਿਓ ਕਹਿਤ ਹਾਂ ਸ਼ਰਨ ਤੁਮਾਰੀ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ, ਕਿਰਪਾ ਕਰਕੇ ਆਪਣੀ ਚਰਨ ਸ਼ਰਨ ਮੈਨੂੰ ਰੱਖ ਲਓ ਜੀ। ਗ੍ਰਾਮ ਮਲਸੀਹੈ ਮਹਿਤਾਮਾ। ਮਹਾਰਾਜ ਮਲਸੀਹਾਂ ਪਿੰਡ ਵਿੱਚ ਮੇਰਾ ਘਰ ਹੈ ਜੀ। ਕਰੋ ਉਪਾਸਨ ਕਾਲੀ ਨਾਮਾ। ਮੈਂ ਕਾਲੀ ਦੇਵੀ ਦੀ ਪੂਜਾ ਮਹਾਰਾਜ ਸੱਚੇ ਪਾਤਸ਼ਾਹ ਕਰਦਾ ਜੀ। ਕਿਰਪਾ ਕੀਨ ਮੁਝ ਪਰ ਜਗ ਮਾਈ। ਜਗਤ ਮਾਤਾ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ। ਸਮਤ ਦੀਨ ਕਹਿ ਗਾਥ ਬੁਝਾਈ। ਉਹਨੇ ਮੈਨੂੰ ਸਮਤ ਦੇ ਕੇ ਸਾਰੀ ਗੱਲ ਸਮਝਾਈ ਹੈ ਜੀ। ਮੈਂ ਆਇਓ ਤੁਮ ਸੇਵਨ ਚਰਨਾ। ਮੈਂ ਤਾਂ ਮਹਾਰਾਜ ਤੁਹਾਡੇ ਚਰਨਾਂ ਦਾ ਸੇਵਾਦਾਰ ਬਣਨੇ ਆਇਆ ਹਾਂ, ਮੇਰੇ ਤੇ ਆਪ ਕਿਰਪਾ ਕਰੋ ਜੀ। ਨਮੋ ਨਮੋ ਪੋ ਅਸ਼ਰਨ ਸਰਣਾ। ਨਮੋ ਨਮੋ ਨਮਸਕਾਰ ਨਮਸਕਾਰ ਮੱਥਾ ਟੇਕਦਾ ਬਾਰ-ਬਾਰ। ਮੈਂ ਤਾਂ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਹਾਂ, ਤੁਹਾਡੀ ਸ਼ਰਨ ਹਾਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਜੀ। ਸੁਣੀ ਸ਼ਰੋਨ ਮਹਿ ਬਿਨੈ ਵਿਸਾਲਾ। ਜਦੋਂ ਬਹੁਤ ਜ਼ਿਆਦਾ ਕੰਨਾਂ ਦੇ ਵਿੱਚ ਮਹਾਰਾਜ ਨੇ ਉਹਦੀ ਬੇਨਤੀ ਸੁਣੀ। ਪਰਮ ਪ੍ਰਸਿੱਧੇ ਦੀਨ ਦਿਆਲਾ। ਦੀਨ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਦਇਆ ਦੇ ਘਰ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਜਗਤ ਸਭ ਹੈ ਪਰ ਪੰਚ ਦਿਖਾਇਓ। ਮਹਾਰਾਜ ਨੇ ਜਦੋਂ ਸੀਸ ਪਰ ਹੱਥ ਰੱਖਿਆ ਸੀ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਕਪਾਟ ਖੋਲ ਦਿੱਤੇ ਉਸੇ ਵਕਤ ਤੱਕ ਕੇ। ਕਹਿੰਦੇ ਦੇਖ ਤਾਂ ਜੱਗ ਕੀ ਦਿਖਦਾ। ਕਹਿੰਦੇ ਮਹਾਰਾਜ ਸਭ ਮਿਥਿਆ ਹੈ। ਐ ਨਿਗਾਹ ਖੋਲ ਦਿੱਤੀ ਮਹਾਰਾਜ ਨੇ, ਸਾਰੀ ਦੁਨੀਆ ਮਿਥਿਆ ਨਿਸ਼ਚੈ ਕਰਾ ਦਿੱਤੀ। ਮੋਹਰੋ ਆਪਣੀ ਸੇਵ ਲਗਾਇਓ। ਮਹਾਰਾਜ ਨੇ ਫਿਰ ਜਾਣ ਕੇ ਸੱਚਾ ਸੇਵਕ ਆਪਣੀ ਸੇਵਾ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲਾ ਲਿਆ। ਰਹਿਤ ਭਇਓ ਦਰਸ਼ਨ ਨਿਤ ਕਰਹੀ। ਹੁਣ ਗੁਰੂ ਸਾਹਿਬ ਦੇ ਕੋਲ ਸੇਵਾ ਵਿੱਚ ਰਿਹਾ ਤੇ ਦਰਸ਼ਨ ਕਰਨ ਲੱਗਿਆ। ਚਰਨ ਪਖਾਰ ਹਰ ਖਿਉਰ ਧਰਹੀ। ਗੁਰੂ ਸਾਹਿਬ ਦੇ ਚਰਨ ਧੋਂਦਾ ਹੈ, ਸੇਵਾ ਕਰਦਾ ਹੈ। ਜੋ ਕਰਨਾ ਨਿਤ ਦੇਹ ਰਜਾਈ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਗਿਆ ਦਿੰਦੇ ਹਨ। ਤੈਸੇ
ਕਰਹਿ ਸਦਾ ਮਨ ਭਾਈ। ਉਸੇ ਤਰ੍ਹਾਂ ਮਨ ਭਾਉਂਦਾ ਬਚਨ ਕਮਾਉਂਦਾ, ਜਿਵੇਂ ਮਹਾਰਾਜ ਕਹਿ ਦਿੰਦੇ ਨੇ। ਜੀਤੋ ਅਸ ਪ੍ਰਕਾਰ ਕਛ ਕਾਲਾ। ਇਸੇ ਤਰ੍ਹਾਂ ਕੁਝ ਸਮਾਂ ਸੇਵਾ ਕਰਦਿਆਂ ਬਤੀਤ ਹੋਇਆ। ਸਰਦਾ ਧਾਰਤ ਹਿਰਦੈ ਵਿਸਾਲਾ। ਮਨ ਦੇ ਅੰਦਰ ਬਹੁਤ ਭਾਰੀ ਸ਼ਰਧਾ ਕਰਦਾ ਹੈ। ਗਮਨਿਓ ਨਿਜ ਪੁਰ ਤੇ ਮਰਦਾਨਾ। ਆਪਣੀ ਪੁਰੀ ਤੋਂ ਭਾਈ ਮਰਦਾਨਾ ਚੱਲਿਆ। ਆਇਓ ਗੁਰਟਿਗਪੁਰ ਸੁਲਤਾਨਾ। ਭਾਈ ਮਰਦਾਨਾ ਜੀ ਵੀ ਸੁਲਤਾਨਪੁਰ ਸਾਹਿਬ ਆ ਗਏ। ਬੰਧਨ ਕਰ ਉਚਰੋ ਕਲਿਆਣਾ। ਮੱਥਾ ਟੇਕਿਆ, ਆ ਕਰਕੇ ਮਹਾਰਾਜ ਨੇ ਕਿਹਾ ਕਲਿਆਣ ਹੋਵੇ ਤੇਰੀ। ਬੈਸ ਗਇਓ ਪੁਨ ਭਾਗ ਮਹਾਨਾ। ਵੱਡਿਆਂ ਭਾਗਾਂ ਵਾਲਾ ਫਿਰ ਕੋਲ ਬੈਠ ਗਿਆ। ਤਲਵੰਡੀ ਕੇ ਕੁਸ਼ਲ ਸੰਦੇਸ਼ੇ। ਤਲਵੰਡੀ ਨਗਰੀ ਦੇ ਸਾਰੇ ਕੁਸ਼ਲ ਸੰਦੇਸ਼ੇ ਸੁਖ ਸਾਂਦ ਦੱਸੀ। ਏਤ ਭਇਓ ਬੂਝੇ ਗੁਰ ਜੈਸੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਜਿਵੇਂ ਪੁੱਛਿਆ ਉਵੇਂ ਉਵੇਂ ਦੱਸ ਦਿੱਤਾ ਸਾਰਿਆਂ ਦਾ ਹਾਲ ਚਾਲ। ਆਪਨ ਪ੍ਰਯੋਜਨ ਬਹੁਰ ਸੁਨਾਇਓ। ਫਿਰ ਆਪਣਾ ਜਿਹੜਾ ਮਤਲਬ ਸੀ ਦੱਸਿਆ ਮਹਾਰਾਜ ਨੂੰ। ਜਾਂ ਕੇ ਹਿਤ ਚੱਲ ਕਰ ਪੁਰ ਆਇਓ। ਜਿਸ ਵਾਸਤੇ ਚੱਲ ਕਰਕੇ ਆਇਆ ਹਾਂ ਮੈਂ। ਸੁਨ ਜਜਮਾਨ ਬਚਨ ਤੁਮ ਭਾਖਾ। ਕਹਿਣ ਲੱਗਿਆ ਜਜਮਾਨ ਸੁਣ ਮੇਰੀ ਗੱਲ। ਤੁਸੀਂ ਬਚਨ ਕਿਹਾ ਸੀ ਇਸ ਤਰ੍ਹਾਂ ਸਿੱਧਾ ਸਾਦਾ ਭੋਲੇ ਸੁਭਾਅ ਦਾ, ਇਸ ਤਰ੍ਹਾਂ ਹੀ ਬੋਲਦੇ ਜਜਮਾਨ ਮੇਰੀ ਗੱਲ ਸੁਣੋ। ਤਜਹੁ ਅਪਰ ਜਾਚਨ ਅਭਿਲਾਖਾ। ਤੁਸੀਂ ਕਿਹਾ ਸੀ ਵੀ ਕਿਸੇ ਹੋਰ ਤੋਂ ਨਹੀਂ ਮੰਗਣਾ, ਮਰਦਾਨਿਆਂ ਤੂੰ ਸਦਾ ਮੈਥੋਂ ਹੀ ਮੰਗਣਾ। ਮੈਂ ਹੁਣ ਦੇਖੋ ਤੁਹਾਡੇ ਕੋਲ ਹੀ ਮੰਗਣ ਆਇਆ ਜੀ। ਜਾਂ ਤੇ ਮੰਗੋ ਮੈਂ ਨਹਿ ਕਉ। ਇਸ ਕਰਕੇ ਮੈਂ ਹੋਰ ਨਹੀਂ ਮੰਗਦਾ ਕਿਸੇ ਕੋਲੋਂ ਜਾ ਕੇ। ਤੁਮਰੋ ਬਚਨ ਚਿਤਾਰਤ ਸੋਊ। ਤੁਹਾਡੇ ਬਚਨ ਨੂੰ ਮੈਂ ਜੀ ਹਮੇਸ਼ਾ ਚਿਤਾਰਦਾ ਹਾਂ ਜੀ। ਔਰ ਚਲਤ ਨੀਕੀ ਗੁਜਰਾਨਾ। ਹੋਰ ਤਾਂ ਸਾਰੀ ਗੁਜਰਾਨ ਮੇਰੀ ਠੀਕ ਚੱਲਦੀ ਹੈ ਜੀ। ਕੰਨਿਆ ਵਿਆਹਨ ਖਰਚ ਮਹਾਨਾ। ਮੈਂ ਆਪਣੀ ਪੁੱਤਰੀ ਦਾ ਵਿਆਹ ਕਰਨਾ ਤੇ ਮੈਨੂੰ ਪੈਸੇ ਦੀ ਲੋੜ ਹੈ ਜੀ। ਤਾਂ ਕਿ ਸਖਤ ਨਾ ਸਦਨ ਹਮਾਰੇ। ਉਹ ਵਿਆਹ ਕਰਨ ਦੀ ਸਮਰੱਥਾ ਸਾਡੇ ਕੋਲ ਨਹੀਂ, ਇੰਨਾ ਖਰਚਾ ਨਹੀਂ ਹੈ ਸਾਡੇ ਕੋਲੇ। ਜਾਹਿਤ ਆਇਓ ਨਿਕਟ ਤੁਮਾਰੇ। ਮੈਂ ਤਾਈਓ ਤੁਹਾਡੇ ਕੋਲ ਆਇਆ ਵੀ ਹੁਣ ਤੁਸੀਂ ਮੇਰੀ ਲੜਕੀ ਦੀ ਸ਼ਾਦੀ ਕਰ ਦਿਓ। ਇਸ ਪ੍ਰਕਾਰ ਸੁਨ ਕਰ ਸੁਖ ਰਾਸਾ। ਸੁਖ ਦੀ ਰਾਸ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਸੁਣ ਕੇ ਬੋਲੇ। ਤਹਿਸ਼ਨ ਹੋਤੋ ਭਗੀਰਥ ਪਾਸਾ। ਉਸ ਵਕਤ ਭਾਈ ਭਗੀਰਥ ਜੀ ਕੋਲੇ ਬੈਠੇ ਸਨ। ਤਾਂ ਸੋ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਉਸ ਵਕਤ ਗੁਰੂ ਨਾਨਕ ਦੇਵ ਜੀ ਭਾਈ ਭਗੀਰਥ ਨੂੰ ਬੋਲੇ। ਕਰਹੁ ਕਾਜ ਤੂੰ ਪਰਮ ਸਿਆਨਾ। ਤੂੰ ਸਿਆਣਾ ਭਾਈ ਭਗੀਰਥਾ, ਸਾਡਾ ਸੰਗੀ ਆ ਭਾਈ ਮਰਦਾਨਾ, ਇਹਦੀ ਬੇਟੀ ਦੀ ਸ਼ਾਦੀ ਆ ਭਾਈ, ਤੂੰ ਸਾਰਾ ਕੰਮ ਕਰ ਦੇ। ਵਿਆਹੇ ਸੌਜ ਲਿਖ ਕਾਗਦ ਸਭ ਹੀ। ਆ ਸਾਰੀ ਸਮਗਰੀ ਵਿਆਹ ਦੀ ਤੂੰ ਕਾਗਜ਼ ਦੇ ਉੱਤੇ ਲਿਖ ਲੈ। ਗਮਨ ਹੋ ਲਾਪੁਰ ਮਾਰ ਗਿਆ ਵਹੀ। ਤੂੰ ਹੁਣੇ ਲਾਹੌਰ ਨੂੰ ਚਲਿਆ ਜਾ ਸਾਰਾ ਸਮਾਨ ਲਿਆ। ਇਹ ਸਥਾਨ ਹੋਇਆ ਬਸਤ ਨਾ ਪੂਰੀ। ਇੱਥੇ ਚੀਜ਼ਾਂ ਪੂਰੀਆਂ ਮਿਲਦੀਆਂ ਨਹੀਂ ਹਨ। ਸਹਿਬ ਲੋਕ ਕਹਿ ਅਨਹੁ ਰੂਰੀ। ਉੱਥੇ ਦੇਖ ਦੇਖ ਕੇ ਸੋਹਣੀਆਂ ਸੋਹਣੀਆਂ ਵਧੀਆ ਚੀਜ਼ਾਂ ਲਿਆ ਦੇ। ਰਜਨੀ ਏਕ ਬਸਹੁ ਪੁਰ ਮਾਹੀ। ਇੱਕ ਰਾਤ ਉੱਥੇ ਬਸਣਾ ਹੈ, ਜ਼ਿਆਦਾ ਜਿਹੜਾ ਸਮਾਂ ਬਤੀਤ ਨਹੀਂ ਕਰਨਾ। ਪੂਰਨ ਆਵਹੁ ਬਿਲ ਮੋਹ ਨਾਹੀ। ਦੇਰ ਨਾ ਲਾਈ, ਛੇਤੀ ਦੇ ਨਾਲ ਵਾਪਸ ਆਉਣਾ ਹੈ। ਧਰ ਰਜਾਈ ਸਿਰ ਪਰ ਜਗਨਾਥਾ। ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕਰਕੇ ਭਾਈ ਭਗੀਰਥ ਲਿਖਿਓ ਬੂਝ ਮਰਦਾਨੇ ਸਾਥਾ। ਭਾਈ ਮਰਦਾਨੇ ਨੂੰ ਪੁੱਛ ਕੇ ਸਾਰਾ ਵਿਆਹ ਦੀ ਜਿਹੜੀ ਸਮੱਗਰੀ ਲਿਖ ਲਈ। ਬਾਛਤ ਦਰਬ ਲਿਏ ਨਿਜ ਹਾਥਾ। ਜਿੰਨੇ ਕੁ ਪੈਸੇ ਚਾਹੀਦੇ ਸੀ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤੇ। ਗਮਨਿਓ ਪੰਥ ਨਾਏ ਪਦ ਮਾਥਾ। ਮੱਥਾ ਟੇਕ ਕੇ ਲਾਹੌਰ ਦੇ ਰਸਤੇ ਪੈ ਗਿਆ। ਇਹ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਵਾਜ ਨੇ, ਗਰੀਬਾਂ ਦੀ ਮਦਦ ਕਰਨੀ, ਗਰੀਬਾਂ ਨੂੰ ਖਾਣਾ ਦੇਣਾ, ਗਰੀਬਾਂ ਨੂੰ ਕੱਪੜਾ ਦੇਣਾ। ਇਹ ਪਹਿਲਾ ਵਿਆਹ ਗਰੀਬ ਦੀ ਲੜਕੀ ਦਾ, ਜੋ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ਾਂ ਦੱਸੀਆਂ। ਗਰੀਬ ਦੀ ਲੜਕੀ ਦੇ ਕੋਈ ਸ਼ਾਦੀ ਹੋਵੇ, ਤੁਸੀਂ ਵੀ ਐਸਾ ਕਰਿਆ ਕਰੋ। ਕਿਸੇ ਗਰੀਬ ਦੀ ਲੜਕੀ ਆ, ਵਿਚਾਰੇ ਵਿਆਹਣ ਤੋਂ ਹੀ ਰਹਿ ਜਾਂਦੀਆਂ ਕਈ, ਪੈਸਾ ਹੀ ਨਹੀਂ ਹੁੰਦਾ ਲੋਕਾਂ ਪਾਸ। ਦਸਵੰਧ ਕੱਢ ਕੇ ਗੁਰੂ ਦੀ ਮਾਇਆ ਸਫਲੀ ਕਰਿਆ ਕਰੋ। ਪਹੁੰਚੋ ਲਾਪੁਰ ਨਗਰ ਮਝਾਰਾ। ਲਾਹੌਰ ਨਗਰ ਦੇ ਵਿੱਚ ਉਸ ਵਕਤ ਪਹੁੰਚਿਆ ਹੈ। ਇੱਕ ਦੁਕਾਨਪੁਰ ਸ਼ਾਹ ਨਿਹਾਰਾ। ਇੱਕ ਦੁਕਾਨ ਦੇ ਉੱਤੇ ਤਕੜਾ ਸ਼ਾਹੂਕਾਰ ਦੇਖਿਆ। ਮਨਮੁਖ ਨਾਮ ਹੋਤੋ ਜਿਸ ਕੇਰੋ। ਸੋ ਜਿਸ ਦਾ ਨਾਮ ਜਿਹੜਾ ਸੀ ਸਨਮੁਖ, ਤੋ ਇਸ ਤਰੀਕੇ ਨਾਲ ਮਨਸੁਖ ਸ਼ਾਹੂਕਾਰ ਉਹਦਾ ਨਾਮ ਹੈ। ਮਨਮੁਖ ਦੀ ਮਨਸੁਖ ਸ਼ਾਹੂਕਾਰ ਉਹਦਾ ਨਾਮ ਸੀ। ਧਨੀ ਅਦਿਕ ਵਪਾਰ ਕਨੇਰੋ। ਬਹੁਤ ਅਮੀਰ ਸੀ, ਬੜਾ ਵਪਾਰ ਚੱਲਦਾ ਸੀ ਉਹਦਾ। ਤੇ ਕੇ ਸਾਥ ਕਹੀ ਨਿਜ ਗਾਥਾ। ਉਹਦੇ ਕੋਲ ਜਾ ਕੇ ਸਾਰੀ ਗੱਲ ਕਹੀ ਵੀ ਗੁਰੂ ਨਾਨਕ ਦੇਵ ਜੀ ਦਾ ਮੈਂ ਸਿੱਖ ਹਾਂ, ਉਹ ਭਾਈ ਮਰਦਾਨਾ ਸੰਗੀ ਉਹਨਾਂ ਦਾ, ਉਹ ਲੜਕੀ ਦੀ ਸ਼ਾਦੀ ਆ ਤੇ ਆਹ ਸਮਾਨ ਲੈਣਾ ਹੈ। ਸਰਬ ਧਰਮ ਦਰਬ ਕੋ ਲੈ ਕਰ ਹੱਥ। ਸਾਰਾ ਪੈਸਾ ਹੱਥ ਵਿੱਚ ਪਕੜਿਆ ਹੋਇਆ ਸੀ। ਵਿਆਹੇ ਸੌਜ ਕਾਗਦ ਪਰ ਜੇਤੀ। ਕਾਗਜ਼ ਉੱਤੇ ਜਿੰਨੀ ਵਿਆਹ ਦੀ ਸਮੱਗਰੀ ਲਿਖੀ ਹੋਈ ਸੀ ਉਹ ਸਾਰੀ ਵੀ ਦੇਤੀ, ਦੇ ਨਾਲ
ਪੈਸੇ ਵੀ ਦੇ ਦਿੱਤੇ ਹੈ। ਆਪ ਸਰਬ ਲੈ ਦੀਜੈ ਤੇਤੀ। ਬਾਜੀ ਤੁਸੀਂ ਮੈਨੂੰ ਸਾਰੀ ਸਮਗਰੀ ਲੈ ਦਿਓ ਇੱਥੋਂ। ਏਕ ਨਿਸਾ ਬਸ ਹੋ ਇਸ ਨਗਰਾ। ਮੈਂ ਇੱਕ ਰਾਤ ਇਸ ਨਗਰ ਦੇ ਵਿੱਚ ਬਸਾਂਗਾ। ਪੂਰਨ ਕਰੀਏ ਕਾਰਜ ਸਗਰਾ। ਛੇਤੀ ਨਾਲ ਸਾਰਾ ਕੰਮ ਕਰ ਦਿਓ। ਸੁਣ ਕਰ ਸਨਮੁਖ ਤੇ ਸਨਮਾਨਾ। ਸੁਣ ਕਰਕੇ ਮਨਸੁਖ ਸ਼ਾਹੂਕਾਰ ਨੇ ਇਸ ਤਰ੍ਹਾਂ ਸਨਮਾਨ ਦਿੱਤਾ ਉਹਨੂੰ। ਨਿਕਟ ਬਿਠਾਇਓ ਬਚਨ ਬਖਾਨਾ। ਨੇੜੇ ਬਹਿ ਕੇ ਬਚਨ ਕੀਤਾ ਹੈ। ਅਬ ਪਰ ਦੋਖ ਭੀ ਕਰਹੁ ਨਵੇਸਾ। ਹੁਣ ਤਾਂ ਸੰਧਿਆ ਸਮਾਂ ਹੋ ਗਿਆ, ਭਾਈ ਤੂੰ ਹੁਣ ਨਿਵਾਸ ਕਰ ਸਾਡੇ ਕੋਲ। ਭੋਰ ਹੋਤਲੇ ਵਸਤ ਸੋ ਦੇਸਾ। ਸਵੇਰ ਹੁੰਦਿਆਂ ਸਾਰ ਸਾਰੀਆਂ ਚੀਜ਼ਾਂ ਖਰੀਦ ਕੇ ਤੈਨੂੰ ਦੇ ਦਿਆਂਗੇ। ਸੋ ਕਾਗਜ਼ ਪੁਨ ਪਠਿਓ ਵਿਚਾਰੀ। ਉਹ ਕਾਗਜ਼ ਜਿਹੜਾ ਸੀ ਵਿਚਾਰਿਆ, ਪੜ੍ਹਿਆ ਚੰਗੀ ਤਰ੍ਹਾਂ। ਅਵਰ ਵਸਤ ਸਭ ਹੋਏ ਤਿਆਰੀ। ਹੋਰ ਸਾਰੀਆਂ ਚੀਜ਼ਾਂ ਤਿਆਰ ਹੋ ਗਈਆਂ। ਬਿਲਮ ਲੱਗਾ ਕਰ ਬਾਬਤ ਚੂੜਾ। ਕਹਿੰਦੇ ਆ ਜਿਹੜਾ ਚੂੜਾ ਤਿਆਰ ਕਰਨਾ ਨਾ, ਇਹਨੂੰ ਦੇਰ ਲੱਗ ਜਾਣੀ ਤਿਆਰ ਕਰਦਿਆਂ। ਜੋ ਲਿਓ ਚਾਹਤ ਹੈ ਰੂੜਾ। ਜੇ ਰੂੜਾ ਤੋਂ ਭਾਵ ਸੁੰਦਰ ਚੂੜਾ ਲੈਣਾ ਤਾਂ ਫਿਰ ਦੇਰ ਲੱਗੂਗੀ। ਤਬ ਹੈ ਭਗੀਰਥ ਬੋਲਿਓ ਬਾਣੀ। ਭਾਈ ਭਗੀਰਥ ਜੀ ਇਸ ਤਰ੍ਹਾਂ ਬਚਨ ਬੋਲੇ। ਸੁਣੋ ਸ਼ਾਹੋ ਵਿਪਰੀਤ ਕਹਾਣੀ। ਬਾਦਸ਼ਾਹ ਕਹਿਣ ਲੱਗਿਆ ਭਾਈ ਸਾਹਿਬ ਉਸ ਵਕਤ ਭਈ ਇਹ ਜਿਹੜੀ ਗੱਲ ਆ ਨਾ ਬੜੀ ਵਿਪਰੀਤ ਹੈ, ਪੁੱਠੀ ਹੈ ਗੱਲ ਜਿਹੜੀ ਭਗੀਰਥ ਕਹਿਣ ਲੱਗਿਆ ਮਨਸੁਖ ਸ਼ਾਹੂਕਾਰ ਨੂੰ। ਦੂਜੀ ਨਿਸਾ ਰਹੋ ਜੇ ਨਗਰਾ। ਦੂਜੀ ਰਾਤ ਮੈਂ ਇੱਥੇ ਨਹੀਂ ਕੱਟਣੀ। ਮੈਂ ਜੇ ਦੂਜੀ ਰਾਤ ਇੱਥੇ ਰਹਾਂਗਾ ਬਾਦ ਜਨਮ ਜਾਵਹਿ ਮੁਝ ਸਗਰਾ। ਮੇਰਾ ਤਾਂ ਜਨਮ ਬੇਅਰਥ ਹੋ ਜਾਵੇਗਾ। ਮੈਂ ਦੂਜੀ ਰਾਤ ਨਹੀਂ ਕੱਟ ਸਕਦਾ ਇੱਥੇ। ਕਹਿਓ ਸ਼ਾਹ ਕੋ ਜਾਂ ਕੋ ਕਾਰਨ। ਮੈਂ ਹੈਰਾਨ ਹੋ ਕੇ ਸ਼ਾਹੂਕਾਰ ਕਹਿਣ ਲੱਗਿਆ ਮਨਸੁਖ ਕਮਾਲ ਦੀ ਗੱਲ ਹੈ, ਇਹ ਇੱਕ ਰਾਤ ਹੋਰ ਕੱਟਣ ਨਾਲ ਜਨਮ ਬੇਅਰਥ ਜਾਵੇਗਾ। ਇਹ ਪਹਿਲੀ ਵਾਰ ਗੱਲ ਸੁਣੀ ਹੈ। ਔਰ ਸੰਸੈ ਭਾ ਕਰੋ ਨਿਵਾਰਣ। ਉਸ ਵਕਤ ਜਿਹੜਾ ਮਨ ਦਾ ਸੰਸਾ ਸੀ ਉਹ ਮੇਰਾ ਵੀ ਦੂਰ ਕਰ ਸੰਸਾ ਵੀ ਇੱਕ ਰਾਤ ਰਹਿਣ ਨਾਲ ਤੇਰਾ ਇਹ ਜੀਵਨ ਜਿਹੜਾ ਬੇਅਰਥ ਕਿਵੇਂ ਜਾਵੇਗਾ। ਜੋ ਮਾਨਵ ਭੇਜੋ ਅੰਦ੍ਰਿਪ ਦਾਤੂ। ਇਸ ਕਰਕੇ ਜਿਹੜਾ ਹੈ ਨਾ ਇਹ ਮਨੁੱਖ ਕਿਸੇ ਰਾਜੇ ਆਦਿਕ ਨੇ ਭੇਜਿਆ ਹੁੰਦਾ ਹੈ। ਪੁੱਛ ਰਿਹਾ ਜਾਨ ਜਨਮ ਹੋਏ ਬਾਦੂ। ਉਹ ਐਉਂ ਕਹਿੰਦਾ ਮੇਰਾ ਜਨਮ ਬੇਅਰਥ ਜਾਵੇਗਾ। ਸੁਣੋ ਸ਼ਾਹ ਮਮ ਸਤਗੁਰ ਪੂਰਾ। ਕਹਿਣ ਲੱਗੇ ਸ਼ਾਹੂਕਾਰ ਜੀ ਸੁਣੋ, ਮੇਰੇ ਸਤਿਗੁਰੂ ਜੀ ਪੂਰਨ ਸਤਿਗੁਰੂ ਨੇ। ਜਾ ਕੋ ਬਚਨ ਹੋਤ ਨਹਿ ਊਰਾ। ਉਹਨਾਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ ਮੇਰੇ ਗੁਰਾਂ ਦਾ। ਤਨ ਕੀ ਆਇਸ ਜਨ ਹੋ ਐਸੇ। ਉਹਨਾਂ ਦੀ ਆਗਿਆ ਇਉਂ ਜਾਣ ਲਓ ਤੁਸੀਂ। ਦੂਜੀ ਨਿਸਪੁਰ ਰਹੋ ਨਾ ਜੈਸੇ। ਮੈਂ ਦੂਜੀ ਰਾਤ ਇੱਥੇ ਰਹਿ ਨਹੀਂ ਸਕਦਾ। ਉਹਨਾਂ ਨੇ ਇੰਨਾ ਹੀ ਕਿਹਾ ਕਿ ਇੱਕ ਰਾਤ ਕੱਟੀ ਫਿਰ ਆ ਜੀ ਬਸ। ਸੁਣ ਕਰ ਮਨ ਸੁਖ ਬਚਨ ਬਖਾਨਾ। ਸੁਣ ਕੇ ਮਨਸੁਖ ਨੇ ਇਸ ਤਰ੍ਹਾਂ ਬਚਨ ਕਿਹਾ। ਕਲੀ ਕਾਲ ਅਤ ਸੈ ਬਲਵਾਨਾ। ਇਹ ਕਲਯੁਗ ਦਾ ਸਮਾਂ ਬੜਾ ਬਲਵਾਨ ਭਿਆਨਕ ਸਮਾਂ ਹੈ। ਇਸ ਮਹਿ ਐਸੋ ਕੋਏ ਨਾ ਪੂਰਾ। ਉਹ ਇਹਦੇ 'ਚ ਕੋਈ ਇਹੋ ਜਿਹਾ ਪੂਰਾ ਗੁਰੂ ਨਹੀਂ ਹੈ। ਐਵੇਂ ਨਾ ਸ਼ਰਧਾ ਕਰੀ ਜਾ ਤੂੰ। ਤੂੰ ਭਗਤ ਜੈਸੋ ਜਸ ਰੂਰਾ। ਤੂੰ ਜਿਹਾ ਜਿਹਾ ਜਸ ਕਰਦਾ ਐਡਾ ਕਿਹੜਾ ਗੁਰੂ ਆ ਗਿਆ ਵੀ ਰਾਤ ਹੋਰ ਵੱਧ ਕੱਟ ਲਈ ਤੇ ਉੱਥੇ ਆਖੇ ਤੈਨੂੰ ਜਨਮ ਖਰਾਬ ਹੋ ਜਾਏਗਾ। ਕਲਯੁਗ ਦਾ ਸਮਾਂ ਹੈ ਜਾਂ ਕੋਈ ਨਹੀਂ ਹੈ ਇੱਥੇ ਹੁਣ। ਉਹ ਸਮਤੇ ਨ ਕੀਜੈ ਸੰਸਾ। ਉਸ ਵੇਲੇ ਉਸ ਕਹਿੰਦੇ ਉਹ ਸਿਆਣਿਆ ਸੁਣ ਸੰਸਾ ਨਾ ਕਰ। ਕਈ ਵਾਰ ਇਸੇ ਤਰ੍ਹਾਂ ਹੀ ਹੁੰਦਾ, ਪ੍ਰਮਾਤਮਾ ਆਪ ਆ ਜਾਂਦਾ, ਬੰਦੇ ਨੂੰ ਸਮਝ ਨਹੀਂ ਲੱਗਦੀ ਹੁੰਦੀ। ਜਿਸ ਕੀ ਮੈਂ ਭਾਖਤ ਸੋ ਪ੍ਰਸ਼ੰਸਾ। ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਨਾ ਤਿਸ ਮੈਂ ਧਰੋ ਜੇ ਸਰਦਾ ਪੂਰੀ। ਉਹਦੇ ਵਿੱਚ ਮੈਂ ਜੇ ਪੂਰੀ ਸ਼ਰਧਾ ਕਰਾਂਗਾ ਜਗਤ ਕੋ ਬੰਧਨ ਹਰ ਹੈ ਦੂਰੀ। ਫਿਰ ਜਗਤ ਦੇ ਜਿਹੜੇ ਬੰਧਨ ਨੇ ਨਾ ਤਾਂ ਮੇਰੇ ਦੂਰ ਹੋਣ। ਮੈਂ ਬੰਧਨ ਕਟਾਉਣੇ ਜਗਤ ਦੇ, ਮੈਂ ਤਰਨਾ। ਮੈਂ ਗੁਰੂ ਨਾਨਕ ਸਾਹਿਬ ਦਾ ਬਚਨ ਕਿਉਂ ਮੋੜਾਂ। ਇਹੀ ਸਿੱਖੀ ਦਿਖਾਈ ਕਥਾ ਦੇ ਵਿੱਚ ਵੀ ਜਿਹੜਾ ਬਚਨ ਹੋ ਗਿਆ ਇਨ ਬਿਨ ਉਸੇ ਤਰ੍ਹਾਂ ਕਮਾਉਣ ਹੀ ਇਹਦਾ ਨਾਮ ਹੀ ਸਿੱਖੀ ਹੈ। ਕਲੀ ਕਾਲ ਤਾਰਨ ਕਰਤਾਰਾ। ਕਲੀ ਕਾਲ ਕਲਯੁਗ ਦੇ ਸਮੇਂ ਦੇ ਵਿੱਚ ਤਾਰਨ ਲਈ ਕਰਤਾਰ ਆਪ ਆਇਆ ਹੋਇਆ ਹੈ। ਨਿਜ ਸਰੂਪ ਕੀਨੋ ਅਵਤਾਰਾ। ਆਪਣੇ ਸਰੂਪ ਦਾ ਅਵਤਾਰ ਧਾਰਿਆ ਕਾਲ ਪੁਰਖ ਨੇ। ਜੇ ਕੇ ਜਾਗਹਿ ਭਾਗ ਮਹਾਨਾ। ਜਿਹਦੇ ਮਹਾਨ ਭਾਗ ਜਾਗ ਪੈਂਦੇ ਨੇ ਸੋ ਮਹਿਮਾ ਜਾਣਹਿ ਮਤਵਾਨਾ। ਉਹ ਸਿਆਣਾ ਬੰਦਾ ਮਹਾਰਾਜ ਦੀ ਮਹਿਮਾ ਜਾਣਦਾ ਜਿਹਦੇ ਭਾਗ ਜਾਗ ਪੈਂਦੇ ਨੇ। ਦੂਜੇ ਨੂੰ ਕੀ ਪਤਾ, ਦੂਜਾ ਤਾਂ ਵਿਚਾਰਾ ਹੋਰ ਹੀ ਤਰਕਾਂ ਕਰਦਾ ਰਹਿੰਦਾ। ਇਸ ਕਰਕੇ ਜਿਹਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਕੌਣ ਨੇ, ਉਹ ਬੰਦਾ ਫਿਰ 24 ਘੰਟੇ ਮਹਾਰਾਜ ਦਾ ਨਾਮ ਜਪੀ ਜਾਂਦਾ ਫਿਰ ਉਹ ਭਲਾ ਹੋ ਜਾਂਦਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ